ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਡੇ ਮਨ ਨੂੰ ਸਮਝਾਉਂਦੇ ਵੀ ਜੇ ਤੂੰ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦਾ ਹੈ, ਤੂੰ ਆਪਦੇ ਜੀਵਨ ਦਾ ਮਕਸਦ ਮਨੋਰਥ ਪੂਰਾ ਕਰਨਾ ਚਾਹੁੰਦਾ, ਫਿਰ ਤੂੰ ਉਹਨਾਂ ਜੀਵਾਂ ਦਾ ਸੰਗ ਛੱਡ ਦੇ ਜਿਹੜੇ ਪਰਮਾਤਮਾ ਵਾਹਿਗੁਰੂ ਤੋਂ ਬੇਮੁਖ ਹੋਏ ਹੋਏ, ਜਿਨ੍ਹਾਂ ਨੂੰ ਗੁਰਬਾਣੀ ਗੁਰੂ ਵਿੱਚ ਮਨਮੁਖ ਆਖੇ, ਸਾਖਤ ਆਖੇ, ਅੰਧ ਗਿਆਨੀ ਆਖੇ, ਮੂਰਖ ਆਖੇ। ਫਿਰ ਮਨ ਨੂੰ ਸਮਝਾਉਂਦੇ ਵੀ ਤੂੰ ਉਹਨਾਂ ਦਾ ਸੰਗ ਛੱਡ ਜੇ ਤੂੰ ਆਪਣੇ ਜੀਵਨ ਦਾ ਲਾਹਾ ਕੱਟਣਾ ਚਾਹੁੰਦਾ। ਸਤਿਗੁਰੂ ਫਰਮਾਉਂਦੇ, ਛਾੜ ਮਨ ਹਰ ਬੇਮੁਖਨ ਕੋ ਸੰਗ। ਬਈ ਮਨਾ ਛੱਡ, ਕੀ ਛੱਡੀਏ, ਜਿਹੜੇ ਹਰੀ ਤੋਂ ਬੇਮੁਖ ਹੋਏ, ਪਰਮਾਤਮਾ ਵਾਹਿਗੁਰੂ ਤੋਂ ਜਿਹੜੇ ਬੇਮੁਖ ਹੋਏ, ਉਹਨਾਂ ਦਾ ਸੰਗ ਛੱਡ। ਆਗੇ ਜਿਹੜੇ ਮਾਲਕ ਤੋਂ ਬੇਮੁਖ ਹੋਏ, ਉਹਨਾਂ ਨੇ ਮਾਲਕ ਦੀ ਤਾਂ ਵਿਚਾਰ ਕਰਨੀ ਕੋਈ, ਉਹਨਾਂ ਨੇ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੀ ਗੱਲ ਨਹੀਂ ਕਰਨੀ, ਉਹਨਾਂ ਨੇ ਗੱਲ ਕਰਨੀ ਦੁਵਿਧਾ ਸੀ, ਉਹਨਾਂ ਨੇ ਗੱਲ ਕਰਨੀ ਈਰਖਾ ਦੀ, ਨਫ਼ਰਤ ਦੀ, ਵੈਰ ਵਿਰੋਧ ਦੀ, ਹਉਮੈ ਹੰਕਾਰ ਦੀ। ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ ਅਤੇ ਉਹਨਾਂ ਦਾ ਸੰਗ ਕਰਨ ਦੇ ਨਾਲ
ਸਾਡੇ ਮਨ 'ਤੇ ਅਸਰ ਹੋਏਗਾ ਤੇ ਸਾਡੇ ਮਨ 'ਤੇ ਵੀ ਮੈਲ ਲੱਗ ਜਾਏਗੀ। ਹੁਣ ਮਹਾਰਾਜ ਫਿਰ ਇਸ ਲਈ ਦੱਸਦੇ ਵੀ ਜਿਹੜੇ ਮਾਲਕ ਤੋਂ ਬੇਮੁਖ ਉਹਨਾਂ ਦਾ ਸੰਗ ਛੱਡ, ਕਿਉਂਕਿ ਬੇਮੁਖ ਹੋਇਆ ਰਾਮ ਤੋਂ, ਵਾਹਿਗੁਰੂ ਤੋਂ, ਫਿਰ ਸਾਨੂੰ ਇਹ ਜਨਮ ਮਰਨ ਦਾ ਚੱਕਰ ਪੈ ਜਾਂਦਾ। ਮਹਾਰਾਜ ਫਰਮਾਉਂਦੇ ਬੇਮੁਖ ਹੋਏ ਰਾਮ ਤੇ ਲਗਣ ਜਨਮ ਵਿਜੋਗ, ਵੀ ਜੇ ਅਸੀਂ ਮਾਲਕ ਤੋਂ ਬੇਮੁਖ ਹੀ ਰਹੇ ਤੇ ਜਾਂ ਅਸੀਂ ਬੇਮੁਖਾਂ ਦਾ ਹੀ ਸੰਗ ਕਰਦੇ ਰਹੇ, ਫਿਰ ਅਸੀਂ ਵੀ ਬੇਮੁਖ ਹੋਏ ਰਵਾਂਗੇ। ਹੁਣ ਜਿਹੜੇ ਫਿਰ ਗੁਰਮੁਖ ਨੇ ਉਹ ਸਨਮੁਖ ਨੇ ਮਾਲਕ ਦੇ, ਤੇ ਜਿਹੜੇ ਸਨਮੁਖ ਕਹਿੰਦੇ ਉਹਨਾਂ ਦਾ ਸੰਗ ਕਰ। ਜੇ ਤੂੰ ਉਹਨਾਂ ਦਾ ਸੰਗ ਕਰੇਂਗਾ ਤੇ ਤੂੰ ਵੀ ਸਨਮੁਖ ਹੋ ਜਾਏਂਗਾ, ਪਰਮਾਤਮਾ ਦੇ ਉਹ ਮਿਲੇ ਨੇ ਤੇ ਤੂੰ ਵੀ ਮਿਲ ਲੇਂਗਾ। ਹੁਣ ਕੌਣ ਸਨਮੁਖ ਕੌਣ ਬੇਮੁਖ ਹੈ, ਫਿਰ ਮਹਾਰਾਜ ਦੱਸ ਕੌਣ ਸੋ ਸਨਮੁਖ ਕੌਣ ਬੇਮੁਖੀ ਹੈ। ਮਹਾਰਾਜ ਫਿਰ ਦੱਸਦੇ ਗੁਰਮੁਖ ਸਨਮੁਖ ਮਨਮੁਖ ਬੇਮੁਖੀ ਹੈ। ਬਈ ਮਨਮੁਖ ਹੈ ਜਿਹੜਾ ਉਹ ਮਾਲਕ ਤੋਂ ਬੇਮੁਖ ਹੋਇਆ ਹੋਇਆ। ਬੇਮੁਖ ਕਹਿੰਦੇ ਵੀ ਜਿਹੜਾ ਪਰਮਾਤਮਾ ਨੂੰ ਦੇਖਦਾ ਨਹੀਂ, ਬਈ ਸਾਹਮਣੇ ਹੁੰਦੇ ਹੋਏ ਵੀ ਮਾਲਕ ਪਰਮਾਤਮਾ ਨੂੰ ਜਿਹੜਾ ਨਹੀਂ ਦੇਖਦਾ, ਕਹਿੰਦੇ ਬੇਮੁਖ ਹੋਇਆ। ਪਰਮਾਤਮਾ ਵੱਲ ਨੂੰ ਇਹਨੇ ਪਿੱਠ ਕੀਤੀ ਹੋਈ, ਬਈ ਮਾਲਕ ਨੂੰ ਹੀ ਨਹੀਂ ਦੇਖਦਾ, ਪਰਮਾਤਮਾ ਨੂੰ ਜਿਹਨੇ ਪੈਦਾ ਕੀਤਾ ਉਹ ਤੋਂ ਹੀ ਬੇਮੁਖ ਹੋਇਆ। ਫਿਰ ਹੁਣ ਤਾਂ ਫਿਰ ਕਹਿੰਦੇ ਵੀ ਜਿਹੜੇ ਮਨਮੁਖ ਉਹ ਬੇਮੁਖ ਨੇ, ਤੇ ਜਿਹੜੇ ਗੁਰਮੁਖ ਨੇ ਉਹ ਸਨਮੁਖ। ਸਨਮੁਖ ਹੁੰਦਾ ਵੀ ਜਿਹੜਾ ਮਾਲਕ ਨੂੰ ਦੇਖਦਾ, ਪਰਮਾਤਮਾ ਨੂੰ, ਉਹਨੂੰ ਕਹਿੰਦੇ ਸਨਮੁਖ। ਹੁਣ ਆਵਾਂ ਨੂੰ ਫਿਰ ਕਹਿੰਦੇ ਵੀ ਜੇ ਸਾਡੀ ਦੋਸਤੀ ਬੇਮੁਖਾਂ ਨਾਲ, ਮਨਮੁਖਾਂ ਨਾਲ, ਫਿਰ ਅਸੀਂ ਚਾਹੀਏ ਵੀ ਸਾਡੇ ਮਨ ਨੂੰ ਸੁੱਖ ਮਿਲੇ, ਤੇ ਮਹਾਰਾਜ ਕਹਿੰਦੇ ਫਿਰ ਸੁੱਖ ਨਹੀਂ ਮਿਲਣਾ। ਫਰਮਾਉਂਦੇ ਮਨਮੁਖ ਸੋਂ ਕਰ ਦੋਸਤੀ, ਸੁੱਖ ਕੀ ਪੁੱਛੇ ਮੈਥ। ਵੀ ਦੋਸਤੀ ਤੇਰੀ ਮਨਮੁਖਾਂ ਨਾਲ, ਬਹਿਣੀ ਉੱਠਣੀ ਤੇਰੀ ਉਹਨਾਂ ਨਾਲ ਜਿਹੜੇ ਬੇਮੁਖ, ਤੇ ਤੂੰ ਕਹਿੰਦਾ ਮੇਰੇ ਮਨ ਨੂੰ ਸੁੱਖ ਮਿਲੇ, ਮੇਰੇ ਮਨ ਨੂੰ ਸ਼ਾਂਤੀ ਆਵੇ। ਤੇ ਫਿਰ ਸੁੱਖ ਕਿੱਥੋਂ, ਸ਼ਾਂਤੀ ਕਿੱਥੋਂ? ਜੇ ਤੂੰ ਸੁੱਖ ਲੈਣਾ ਤੇ ਫਿਰ ਕਹਿੰਦੇ ਗੁਰਮੁਖਾਂ ਨਾਲ ਦੋਸਤੀ ਕਰ, ਜਿਹੜੇ ਮਾਲਕ ਦੇ ਸਨਮੁਖ ਨੇ ਉਹਨਾਂ ਨਾਲ ਬਹਿਣੀ ਉੱਠਣੀ ਬਣਾ। ਜਦੋਂ ਤੇਰੀ ਬੈਠਕ ਉਹਨਾਂ ਨਾਲ ਹੋਏਗੀ, ਬਹਿਣੀ ਉੱਠਣੀ ਉਹਨਾਂ ਨਾਲ ਹੋਏਗੀ, ਫਿਰ ਤੂੰ ਸੁਖੀ ਹੋ ਜਾਏਗਾ, ਕਿਉਂਕਿ ਉਹ ਆਪ ਸੁਖੀ ਨਹੀਂ। ਫਿਰ ਜਿਹੜਾ ਸਾਨੂੰ ਰੋਗ ਲੱਗਿਆ ਜਨਮ ਮਰਨ ਦਾ, ਉਹ ਸਾਡਾ ਮੂਲ ਤੋਂ ਹੀ ਕੱਟਿਆ ਜਾਂਦਾ, ਕਿਉਂਕਿ ਜਦੋਂ ਅਸੀਂ ਸੰਗ ਉਹਨਾਂ ਦਾ ਕਰਦੇ ਜਿਹੜੇ ਮਾਲਕ ਦੇ ਸਨਮੁਖ। ਮਹਾਰਾਜ ਤਾਈਓ ਫਰਮਾਉਂਦੇ ਗੁਰਮੁਖ ਸੋਂ ਕਰ ਦੋਸਤੀ, ਸਤਿਗੁਰ ਸਿਉਂ ਲਾਈ ਚਿੱਤ, ਜਨਮ ਮਰਨ ਕਾ ਮੂਲ ਕੱਟੀਏ, ਤਾ ਸੁਖ ਹੋਵੀ ਮਿੱਥ। ਬਈ ਜੇ ਤੂੰ ਸੁੱਖ ਲੈਣਾ ਤੇ ਗੁਰਮੁਖਾਂ ਨਾਲ ਮਿੱਤਰਤਾ ਕਰ, ਉਹਨਾਂ ਨਾਲ ਦੋਸਤੀ ਕਰ। ਜੇ ਤੂੰ ਦੁਖੀ ਹੋਣਾ ਫਿਰ ਤੂੰ ਜਿਹੜੇ ਬੇਮੁਖ ਨੇ ਉਹਨਾਂ ਦੇ ਨਾਲ ਬਹਿਣੀ ਉੱਠਣੀ ਬਣਾਈ ਰੱਖ, ਫਿਰ ਉਹ ਦੁਖੀ ਨੇ। ਮਨਮੁਖ ਹੈ ਜਿਹੜਾ ਉਹ ਇਸ ਤਰ੍ਹਾਂ, ਮਹਾਰਾਜ ਕਹਿੰਦੇ ਵੀ ਜਿਵੇਂ ਇੱਕ ਬੀਆਬਾਨ ਦੇ ਵਿੱਚ ਵੀ ਦਰਖਤ ਉੱਗਿਆ, ਉਹ ਦਰਖਤ ਵੱਡਾ ਹੋਇਆ ਤੇ ਸੁੱਕ ਗਿਆ। ਸੁੱਕੇ ਦਰਖਤ ਨੂੰ ਨਾ ਤਾਂ ਕੋਈ ਫਲ ਲੱਗਦਾ, ਨਾ ਹੀ ਸੁੱਕੇ ਦਰਖਤ ਦੀ ਕਿਸੇ ਨੂੰ ਕੋਈ ਛਾਂ ਹੁੰਦੀ, ਕੋਈ ਉਹਦਾ ਛਾਂ ਨਹੀਂ ਲੈ ਸਕਦਾ। ਹੁਣ ਉਹੀਓ ਹਾਲਤ ਮਨਮੁਖਾਂ ਦੀ ਹੈ, ਬੇਮੁਖਾਂ ਦੀ। ਬੇਮੁਖ ਨੇ ਜਿਹੜੇ, ਜੇ ਅਸੀਂ ਉਹਨਾਂ ਕੋਲ ਬੈਠਾਂਗੇ, ਉਹਨਾਂ ਨੇ ਆਪਦੇ ਕੋਈ ਘਰ ਦੀ ਗੱਲ ਨਹੀਂ ਕਰਨੀ। ਆਪਣਾ ਜੋ ਘਰ ਹੈ ਨਿੱਜ ਮਹਿਲ ਥਿਰ ਘਰ, ਉਹਨਾਂ ਨੇ ਕੋਈ ਥਿਰ ਘਰ ਦੀ ਜਾਂ ਨਿੱਜ ਮਹਿਲ ਜਾਂ ਗੁਰਦੁਆਰੇ ਦੀ ਅੰਦਰ ਦੀ ਗੱਲ ਨਹੀਂ ਕਰਨੀ,
क्योंकि उन्होंने तो घर का पता ही नहीं, वो तो घरों निकले हुए ने, बेघर होए फिरते। उन्होंने तो आपदे घर बार का पता ही नहीं। ते महाराज तां फिर समझाउंदे, कहंदे मनमुख उभे सुक गए, ना फल ते ना छाऊं, उन्हां पास ना बैसीए, उन्हां घर ना गिराऊं। बई जे असीं उन्हां कोल बैठांगे सुके दरख्त दे थल्ले, ना तो सानूं हौड़ा गर्मी है, आपां सुके दरख्त हेठां बैठ जाइए तो ਉਹਦਾ ਕੀ ਆਸਰ ਆਪਾਂ ਨੂੰ। ਜਾਂ ਸੁਕੇ ਦਰਖਤ ਤੋਂ ਅਸੀਂ ਫਲ ਦੀ ਆਸ ਰੱਖੀਏ, ਉਹ ਸਾਨੂੰ ਕੀ ਫਲ ਦੋ, ਜਾਂ ਕੀ ਉਹ ਸਾਨੂੰ ਛਾਂ ਦੋ। ਹੌੜੀ ਇਸੇ ਤਰ੍ਹਾਂ ਹੀ ਬੇਮੁੱਖਾਂ ਦਾ ਹਾਲ ਹੈ, ਮਨਮੁੱਖਾਂ ਦਾ। ਜੇ ਅਸੀਂ ਉਹਨਾਂ ਕੋਲ ਬੈਠਾਂਗੇ ਤੇ ਤੁਸੀਂ ਆਖੋ ਵੀ ਸਾਡੇ ਮਨ ਨੂੰ ਸ਼ਾਂਤੀ ਆਵੇ, ਤੇ ਸ਼ਾਂਤੀ ਕਿੱਥੋਂ ਆਉਣੀ? ਅਸੀਂ ਆਖੀਏ ਵੀ ਸਾਨੂੰ ਕੋਈ ਉਹਨਾਂ ਤੋਂ ਫਲ ਦੀ ਪ੍ਰਾਪਤੀ ਹੋ, ਸਾਨੂੰ ਕੋਈ ਚੰਗਾ ਗੁਣ ਮਿਲੂ। ਤੇ ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਘਰ ਦੀ ਗੱਲ ਹੀ ਨਹੀਂ ਕਰਨੀ, ਨਾ ਹੀ ਉਹਨਾਂ ਨੂੰ ਘਰ ਦਾ ਪਤਾ ਉੱਥੇ। ਤਾਂ ਕਹਿੰਦੇ ਵੀ ਉਹਨਾਂ ਕੋਲ ਨਾ ਬੈਠੀਏ, ਵੀ ਉਹਨਾਂ ਨੂੰ ਆਪਦੇ ਘਰ ਬਾਰ ਦਾ ਨਹੀਂ ਪਤਾ। ਤਾਂ ਫਿਰ ਮਨ ਨੂੰ ਕਹਿੰਦੇ ਵੀ ਤੂੰ ਉਹਨਾਂ ਦਾ ਸੰਗ ਛੱਡ ਦੇ, ਕਿਉਂਕਿ ਉਹ ਜਿਹੜੇ ਚੱਲੇ ਦਵਦਾ ਦੇ ਰਸਤੇ 'ਤੇ, ਵੈਰ ਵਿਰੋਧ ਧਾਤ ਦੇ ਰਸਤੇ 'ਤੇ, ਜਿਹੜਾ ਸਾਕਤ ਹੈ ਉਹ ਧਾਤ ਦੇ ਰਸਤੇ 'ਤੇ ਚੱਲਦਾ। ਅਤੇ ਜੇ ਮਹਾਰਾਜ ਕਹਿੰਦੇ ਵੀ ਉਹਦਾ ਅਸੀਂ ਸੰਗ ਕਰਾਂਗੇ, ਇਹ ਨਹੀਂ ਪਤਾ ਵੀ ਸਾਡਾ ਵੀ ਰਾਹ ਬਦਲ ਦਿਓ। ਫਿਰ ਮਹਾਰਾਜ ਕਹਿੰਦੇ ਵੀ ਸਾਕਤ ਦਾ ਸੰਗ ਨਾ ਕਰੋ। ਜੇ ਦਿਸੇ ਵੀ ਦੂਰੋਂ ਆਉਂਦਾ ਤਾਂ ਉਹ ਸਾਕਤ ਦਾ ਰਸਤਾ ਹੀ ਬਦਲ ਦਿਓ, ਪਾਸੇ ਹਟ ਜਾਓ। ਮਹਾਰਾਜ ਦਾ ਇੱਥੋਂ ਦਾ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਵੀ ਸਾਕਤ ਦਿਸੇ ਤੇ ਉਹ ਤੋਂ ਪਾਸੇ ਹੀ ਹਟ ਜਾਓ। ਹੌੜੇ ਇਸੀ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਉਹਨਾਂ ਦਾ ਸੰਗ ਛੱਡਾਂਗੇ ਤੇ ਉਹਦਾ ਸਾਨੂੰ ਲਾਹਾ ਇਹ ਹੋਏਗਾ ਵੀ ਜਿਹੜੀ ਸਾਡੇ ਮਨ 'ਤੇ ਮੈਲ ਚੜ੍ਹਦੀ ਜਾਂ ਉਹ ਚੜ੍ਹਾਉਂਦੀ, ਉਹ ਮੈਲ ਤੋਂ ਅਸੀਂ ਬਚ ਜਾਵਾਂਗੇ। ਅਤੇ ਸਾਡਾ ਜਿਹੜਾ ਮਨ ਹੈ ਉਹ ਸ਼ੁੱਧ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਫਿਰ ਅਸੀਂ ਮਾਲਕ ਦੇ ਸਨਮੁਖ ਹੋ ਸਕਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸੰਗਤ ਕਰੋ ਉਹਨਾਂ ਗੁਰਮੁਖਾਂ ਦੀ, ਸੰਤਾਂ ਦੀ, ਸਾਧੂਆਂ ਦੀ, ਜਿਹੜੇ ਮਾਰਗ ਦੇ ਉੱਤੇ ਚੱਲਦੇ, ਜਿਹਨੂੰ ਸੰਤ ਮਾਰਗ ਕਹਿੰਦੇ। ਪਰਮਾਤਮਾ ਵਾਹਿਗੁਰੂ ਨੂੰ ਮਿਲਾਪ ਦਾ ਰਸਤਾ। ਜੇ ਅਸੀਂ ਇਹ ਰਸਤੇ 'ਤੇ ਚੱਲਾਂਗੇ ਤਾਂ ਚੱਲਣ ਸਾਰੀ ਅਸੀਂ ਵਡਭਾਗੀ ਬਣ ਜਾਂਦੇ। ਪਹੁੰਚਣਾ ਤਾਂ ਬਾਅਦ ਦੀ ਗੱਲ ਹੈ, ਵੀ ਚਲੋ ਜੇ ਰਸਤੇ 'ਤੇ ਚੱਲਾਂਗੇ ਤਾਂ ਪਹੁੰਚ ਵੀ ਜਾਵਾਂਗੇ। ਪਰ ਜਿਹੜੇ ਇਸ ਰਸਤੇ ਉੱਤੇ ਚੱਲ ਹੀ ਪਏ, ਮਹਾਰਾਜ ਕਹਿੰਦੇ, ਉਹਨਾਂ ਪਰਥਾਈ ਵੀ ਫਿਰ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਵਡਭਾਗੀ ਪਾਏ। ਬਈ ਉਹ ਵੱਡੇ ਭਾਗਾਂ ਵਾਲੇ ਜਿਹੜੇ ਫਿਰ ਇਸ ਮਾਰਗ ਦੇ ਉੱਤੇ ਚੱਲਦੇ ਗੁਰਮੁਖ, ਜਿਹੜੇ ਸਿਮਰਨ ਕਰਦੇ, ਜਿਹੜੇ ਸਤ ਸੰਗਤ ਕਰਦੇ। ਜੇ ਹੁਣ ਅਸੀਂ ਚੱਲਾਂਗੇ ਤਾਂ ਅਸੀਂ ਪਹੁੰਚ ਵੀ ਜਾਵਾਂਗੇ। ਜਦੋਂ ਰਸਤਾ ਸਹੀ ਹੈ ਸਾਡਾ, ਚੱਲਦੇ ਜਾਵਾਂਗੇ ਅਤੇ ਆਸ ਹੈ ਪਹੁੰਚਣ ਦੀ ਵੀ। ਜੇ ਹੁਣ ਰਸਤਾ ਹੀ ਉਲਟ ਹੈ, ਮਨਮੁਖ ਦਾ ਰਸਤਾ ਹੀ ਪੁੱਠਾ, ਟੇਢੇ ਰਾਹ ਚੱਲਦਾ, ਉਲਟ ਚੱਲਦਾ, ਫਿਰ ਉਹ ਪਹੁੰਚਣ ਦਾ ਸਾਨੂੰ ਕੋਈ ਆਸ ਹੀ ਨਹੀਂ। ਕਿਉਂਕਿ ਜਦੋਂ ਰਾਹ ਹੀ ਵੱਖਰਾ ਹੈ, ਜਿਹੜਾ ਰਾਹ ਸਾਡੇ ਘਰ ਨੂੰ ਹੀ ਨਹੀਂ ਜਾਂਦਾ, ਫਿਰ ਉਹ ਰਾਹ 'ਤੇ ਚੱਲ ਕੇ ਤਾਂ ਅਸੀਂ ਪਹੁੰਚ ਹੀ ਨਹੀਂ ਸਕਦੇ, ਕਿਉਂਕਿ ਉਹ ਤਾਂ ਸਾਨੂੰ ਦੂਰ ਲੈ ਕੇ ਜਾ ਰਿਹਾ ਪਰਮਾਤਮਾ ਤੋਂ। ਮਹਾਰਾਜ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਦੋ ਹੀ ਰਾਹ ਨੇ, ਇੱਕ ਲੱਭਦਾ, ਦੂਸਰਾ ਧਾਤ। ਜਿਹੜਾ ਤਾਂ ਲਿਵਦਾ ਰਸਤਾ ਹੈ ਗੁਰਮੁਖਾਂ ਦਾ ਰਸਤਾ, ਮਾਲਕ ਨੂੰ ਮਿਲਾਪ ਦਾ ਰਸਤਾ, ਸਾਡੇ ਘਰ ਨੂੰ ਜੰਤ। ਜਿਹੜਾ ਧਾਤ ਦਾ ਰਸਤਾ ਹੈ ਬੇਮੁਖਾਂ ਦਾ ਰਸਤਾ, ਮਨਮੁਖਾਂ ਦਾ, ਜਿਹੜਾ ਅੱਗੇ ਜੂਨਾਂ 'ਚ ਜੰਤ। ਮਹਾਰਾਜ ਫਰਮਾਉਂਦੇ ਲਿਵ ਧਾਤ ਦੋਇ ਰਾਹੋ ਹੈ, ਹੁਕਮੀ ਕਾਰ ਕਮਾਈ। ਹੁਣ ਜਾਂ ਤਾਂ ਅਸੀਂ ਇਹ ਲਿਵਦੇ ਰਸਤੇ 'ਤੇ ਚੱਲ ਕੇ ਮਾਲਕ ਨਾਲ ਮਿਲਾਪ ਕਰ ਲਈਏ, ਆਪਦੇ ਘਰ ਚਲੇ ਜਾਈਏ, ਫਿਰ ਤਾਂ ਅਸੀਂ ਜਿਉਂਦੇ ਜੀ ਮੁਕਤ ਹੋ ਗਏ। ਜਿਉਂਦੇ ਜੀ ਅਸੀਂ
ਅਮਰ ਹੋ ਗਈ, ਜਿਉਂਦੇ ਹੀ ਅਸੀਂ ਪ੍ਰਵਾਨ ਹੋ ਗਏ। ਜੇ ਹੁਣ ਅਸੀਂ ਨਹੀਂ ਇਹ ਲਿਵਦੇ ਰਸਤੇ 'ਤੇ ਚੱਲਦੇ, ਨਹੀਂ ਮਾਲਕ ਨਾਲ ਮਿਲਾਪ ਕਰਦੇ, ਫਿਰ ਧਾਤ ਦੇ ਰਸਤੇ 'ਤੇ ਚੱਲਦੇ ਹਾਂ। ਉਹ ਫਿਰ ਅੱਗੇ ਆਕਾਰਾਂ 'ਚ ਜਾਂਦਾ, ਅੱਗੇ ਜੂਨਾਂ 'ਚ ਜਾਂਦਾ, ਉਹ ਸਾਡੇ ਘਰ ਨੂੰ ਨਹੀਂ ਜਾਂਦਾ। ਹੁਣ ਇਹ ਦੋ ਹੀ ਰਾਹ ਨੇ, ਤੀਜਾ ਹੋਰ ਕੋਈ ਰਾਹ ਨਹੀਂ। ਜ਼ਿਆਦਾ ਹੁਣ ਅਸੀਂ ਇਹ ਲਿਵਦੇ ਰਸਤੇ 'ਤੇ ਚੱਲ ਕੇ ਮਾਲਕ ਨੂੰ ਮਿਲ ਲਈਏ, ਅਤੇ ਜਦੋਂ ਅਸੀਂ ਦੇਹ ਛੱਡਾਂਗੇ ਸਦਾ ਵਾਸਤੇ ਅਸੀਂ ਪਰਮਾਤਮਾ 'ਚ ਸਮਾ ਜਾਵਾਂਗੇ, ਮਾਲਕ 'ਚ ਲੀਨ ਹੋ ਜਾਵਾਂਗੇ ਅਤੇ ਸਦਾ ਵਾਸਤੇ ਅਮਰ ਹੋ ਜਾਵਾਂਗੇ। ਜੇ ਹੁਣ ਅਸੀਂ ਨਹੀਂ ਇਹ ਮਾਰਗ ਦੇ ਉੱਤੇ ਚੱਲਦੇ, ਨਹੀਂ ਮਾਲਕ ਨਾਲ ਮਿਲਾਪ ਕਰਦੇ, ਧਾਤ ਦੇ ਰਸਤੇ 'ਤੇ ਚੱਲਦੇ ਹਾਂ, ਫਿਰ ਅਸੀਂ ਅੱਗੇ ਆਕਾਰਾਂ 'ਚ ਚਲੇ ਜਾਵਾਂਗੇ, ਕਿਉਂਕਿ ਵਿਹਲਾ ਨਹੀਂ ਕਿਸੇ ਨੂੰ ਛੱਡਦੀ। ਇਹ ਦੋ ਹੀ ਰਾਹ ਨੇ। ਜ਼ਿਆਦਾ ਲਿਵਦੇ ਮਾਰਗ 'ਤੇ ਚੱਲ ਕੇ ਮਾਲਕ ਦੇ ਵਿੱਚ ਸਮਾ ਜਾਓ, ਅਤੇ ਨਹੀਂ ਅੱਗੇ ਕਿਸੇ ਆਕਾਰ ਦੇ ਵਿੱਚ ਚਲੇ ਜਾਓ। ਹੋਰ ਕੋਈ ਥਾਂ ਨਹੀਂ ਵੀ ਸਾਨੂੰ ਉਹ ਵਿਹਲਾ ਛੱਡਣ, ਵੀ ਸਿਰਫ ਇਹ ਦੋ ਹੀ ਰਸਤੇ ਨੇ, ਲਿਵਦਾ ਅਤੇ ਧਾਤ। ਜਿਹੜੇ ਗੁਰਮੁਖ ਭਗਤੀ ਕਰਦੇ ਉਹ ਮਾਲਕ 'ਚ ਸਮਾ ਜਾਂਦੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਅੱਗੇ ਕਿਸੇ ਹੋਰ ਆਕਾਰ 'ਚ ਭੇਜ ਦਿੰਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਹੁਣ ਇਹ ਤੁਹਾਡੇ 'ਤੇ ਮਨਸਰ ਹੈ। ਮਹਾਰਾਜ ਨੇ ਅਖੀਰੀ ਫੈਸਲਾ ਸਾਡੇ ਮਨ ਦੇ ਉੱਤੇ ਛੱਡਿਆ ਵੀ ਤੇਰੀ ਇੱਛਾ 'ਤੇ। ਜੇ ਤਾਂ ਤੂੰ ਨਹੀਂ ਕਿਸੇ ਆਕਾਰ 'ਚ ਜਾਣਾ ਚਾਹੁੰਦਾ, ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਨਿਰੰਕਾਰ ਪਰਮਾਤਮਾ ਦੇ ਸਨਮੁਖ ਹੋ ਜਾਓ। ਫਿਰ ਮਾਲਕ ਕਹਿੰਦੇ ਤੁਸੀਂ ਮੈਨੂੰ ਮਨ 'ਚ ਵਸਾ ਲਓ, ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਤੁਹਾਨੂੰ ਮੈਂ ਆਪਦੇ 'ਚ ਸੰਭਾਲਾਂਗਾ। ਜੇ ਹੁਣ ਅਸੀਂ ਨਿਰੰਕਾਰ ਨੂੰ ਨਹੀਂ ਮਨ 'ਚ ਵਸਾਉਂਦੇ, ਨਹੀਂ ਉਹਦੇ ਸਨਮੁਖ ਹੁੰਦੇ, ਸਾਨੂੰ ਕੋਈ ਆਕਾਰ ਸੋਹਣਾ ਲੱਗਦਾ, ਅਸੀਂ ਉਹ ਆਕਾਰ ਨੂੰ ਆਪਦੇ ਮਨ 'ਚ ਵਸਾ ਲੈਂਦੇ ਹਾਂ, ਅਤੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਸਾਨੂੰ ਉਹ ਆਕਾਰ ਦੇ ਦੇਣਗੇ। ਧਿਆਨ ਦੁਆਰਾ ਸਾਡੀ ਕਾਇਆ ਪਲਟਦੀ। ਜੇ ਅਸੀਂ ਕਿਸੇ ਆਕਾਰ 'ਚ ਧਿਆਨ ਰੱਖਾਂਗੇ ਸਾਨੂੰ ਉਹ ਆਕਾਰ ਦੇ ਦੇਣਗੇ, ਸਾਨੂੰ ਉਸੇ ਜੂਨ 'ਚ ਭੇਜ ਦੇਣਗੇ ਜਿੱਧਰ ਨੂੰ ਸਾਡਾ ਧਿਆਨ ਹੋਏਗਾ। ਜੇ ਅਸੀਂ ਕਿਸੇ ਆਕਾਰ 'ਚ ਨਹੀਂ ਧਿਆਨ ਰੱਖਦੇ, ਅਸੀਂ ਨਿਰੰਕਾਰ 'ਚ ਧਿਆਨ ਲਾਉਂਦੇ ਪ੍ਰਕਾਸ਼ ਦੇ ਵਿੱਚ, ਫਿਰ ਅਸੀਂ ਪ੍ਰਕਾਸ਼ ਰੂਪ ਹੋ ਜਾਵਾਂਗੇ, ਮਾਲਕ ਦੇ ਵਿੱਚ ਸਮਾ ਜਾਵਾਂਗੇ, ਸਾਡੀ ਜੋਤ 'ਚ ਜੋਤ ਮਿਲ ਜਾਏਗੀ। ਔਰ ਉਹ ਫੈਸਲਾ ਅਖੀਰੀ ਮਾਲਕ ਨੇ ਸਾਡੇ ਉੱਤੇ ਛੱਡਿਆ ਹੋਇਆ। ਮਹਾਰਾਜ ਫਰਮਾਉਂਦੇ ਮੇਰੇ ਮਨ ਭੂਲੇ ਕਾਵਟ ਨਾ ਕੀਜੇ, ਅੰਤ ਨਵੇੜਾ ਤੇਰੇ ਜੀ ਪਹਿਲੀ 'ਚ। ਵੀ ਅੰਤ ਨਵੇੜਾ ਤੇਰੇ 'ਤੇ ਹੋਣਾ, ਤੇਰੀ ਇੱਛਾ, ਜੋ ਤੇਰੀ ਇੱਛਾ ਹੋਏਗੀ ਉਹ ਪੂਰੀ ਕਰ ਦਾਂਗੇ। ਅਤੇ ਤਾਈਓ ਮਹਾਰਾਜ ਫਰਮਾਉਂਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਬਈ ਮਾਲਕ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਉਹ ਸੁੱਖਾਂ ਦਾ ਦਾਤਾ ਹੈ, ਇੱਛਾ ਪੂਰਕ ਹੈ, ਅਤੇ ਸਾਰੀਆਂ ਇੱਛਾ ਸਾਡੇ ਮਨ ਦੀਆਂ ਪੂਰੀਆਂ ਕਰ ਦੇਣ। ਹੁਣ ਜੇ ਅਸੀਂ ਇੱਧਰ ਸੰਸਾਰ 'ਚ ਆਉਣ ਦੀ ਇੱਛਾ ਰੱਖਾਂਗੇ ਅਤੇ ਸਾਨੂੰ ਫਿਰ ਵਾਪਸ ਭੇਜ ਦੇਣਗੇ ਵੀ ਤੁਹਾਡੀ ਇੱਛਾ ਹੈ, ਜਾਇਓ ਖੇਡਿਓ। ਜੇ ਅਸੀਂ ਇੱਛਾ ਰੱਖਾਂਗੇ ਵੀ ਅਸੀਂ ਬਹੁਤ ਖੇਡ ਲਏ ਜੀ, ਖੇਡ ਖੇਡ ਕੇ ਹੁਣ ਥੱਕ ਗਏ ਹਾਂ, ਅਸੀਂ ਨਹੀਂ ਹੁਣ ਖੇਡਣਾ ਚਾਹੁੰਦੇ, ਵੀ ਹੁਣ ਅਸੀਂ ਆਰਾਮ ਕਰਨਾ ਚਾਹੁੰਦੇ, ਹੁਣ ਅਸੀਂ ਸਦਾ ਵਾਸਤੇ ਤੁਹਾਡੇ ਵਿੱਚ ਲੀਨ ਹੋਣਾ ਚਾਹੁੰਦੇ, ਅਤੇ ਮਾਲਕ ਸਾਡੀ ਉਹ ਇੱਛਾ ਪੂਰੀ ਕਰ ਦਿੰਦਾ, ਸਾਨੂੰ ਆਪਦੇ 'ਚ ਸੰਭਾਲ ਲੈਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਇੱਛਾ ਅਸੀਂ ਕਿੱਦਾਂ ਦੀ ਬਣਾਈਏ ਵੀ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਏ। ਹੁਣ ਜਿਹੜਾ ਤਾਂ ਮਨਮੁਖ ਹੈ, ਜਿਹੜਾ ਮਾਲਕ ਤੋਂ ਬੇਮੁਖ ਹੈ, ਉਹਦੀਆਂ ਇੱਛਾਵਾਂ ਸੰਸਾਰ ਦੀਆਂ, ਮਾਇਆ ਦੀ, ਉਹਦੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਉਹਦੀ ਆਸਾ ਕਦੇ ਪੂਰੀ ਨਹੀਂ ਹੁੰਦੀ, ਕਿਉਂਕਿ ਉਹਦੀਆਂ ਆਸਾਂ ਖਤਮ ਹੀ ਨਹੀਂ ਹੁੰਦੀ। ਉਹ ਗਾਂ ਦੀ ਗਾਂ ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ।
ਉਹ ਤਾਂ ਕਰਕੇ ਉਹਦਾ ਸਮਾਂ ਖਤਮ ਹੋ ਜਾਂਦਾ, ਉਹਨੂੰ ਵਾਪਸ ਫਿਰ ਮੁੜਨਾ ਪੈਂਦਾ, ਫਿਰ ਜੂਨਾਂ 'ਚ ਆ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਈ, ਆਸਾ ਬੰਦ ਚਲਾਈਏ ਮੂੰਹੇ ਮੂੰਹ ਚੋਟਾਂ ਖਾਏ। ਮਨਮੁਖ ਦੀ ਅਵਸਥਾ ਦੱਸਦੀ ਵੀ ਆਸਾ 'ਚ ਹੀ ਜੰਮਦਾ, ਆਸਾ 'ਚ ਹੀ ਮਰ ਜਾਂਦਾ, ਅਤੇ ਆਸਾ 'ਚ ਹੀ ਚੋਟਾਂ ਖਾਂਦਾ, ਜਮਾਂ ਦੀ ਮਾਰ ਸਹਿੰਦਾ, ਵਾਰ ਵਾਰ ਫਿਰ ਜੂਨਾਂ 'ਚ ਆਉਂਦਾ। ਵੀ ਉਹਦੀ ਆਸਾ ਕਦੇ ਮੁੱਕਦੀ ਨਹੀਂ, ਕਦੇ ਪੂਰੀ ਨਹੀਂ ਹੁੰਦੀ। ਆਸਾ ਕਰਤਾ ਜਗ ਮੁਆ, ਆਸਾ ਮਰੀ ਨਾ ਜਾਏ। ਜੀਵ ਦੀਆਂ ਇਹ ਆਸ਼ਾ ਅਭਿਲਾਸ਼ਾ ਖਤਮ ਹੀ ਨਹੀਂ ਹੁੰਦੀ। ਹੁਣ ਜਿਨ੍ਹਾਂ ਨੇ ਸੱਚ ਨਾਲ ਚਿੱਤ ਜੋੜ ਲਿਆ ਮਾਲਕ ਦੇ ਨਾਲ, ਉਹਨਾਂ ਦੀ ਆਸ ਸਾਰੀ ਪੂਰੀ ਹੋ ਜਾਂਦੀ। ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿੱਤ ਲਾਈ। ਉਹਨਾਂ ਦੀ ਕੋਈ ਆਸਾ ਰਹਿੰਦੀ ਨਹੀਂ ਸੰਸਾਰ ਦੀ, ਕਿਉਂਕਿ ਉਹਨਾਂ ਦੀ ਆਸਾ ਹੀ ਭਗਤਾਂ ਦੀ, ਗੁਰਮੁਖਾਂ ਦੀ ਇੱਕ ਹੁੰਦੀ। ਪਰਮਾਤਮਾ ਨੂੰ ਮਿਲਣਾ, ਉਹਦੇ ਵਿੱਚ ਸਮਾਉਣਾ, ਉਹਦੇ ਵਿੱਚ ਲੀਨ ਹੋਣਾ, ਇਹ ਗੁਰਮੁਖਾਂ ਦੀ ਆਸਾ ਹੁੰਦੀ। ਵੀ ਉਹਨਾਂ ਦੀ ਇੱਛਾ ਹੁੰਦੀ, ਉਹਨਾਂ ਦੇ ਮਨ ਦੇ ਵਿੱਚ ਤੜਫ ਹੁੰਦੀ, ਵਿਰਾਗ ਹੁੰਦਾ ਮਾਲਕ ਨੂੰ ਮਿਲਣ ਦਾ। ਤਾਂਹੀਓਂ ਭਗਤਾਂ ਨੇ ਆਖਿਆ ਵੀ ਸਾਨੂੰ ਬੜੇ ਜਨਮ ਹੋ ਗਏ ਤੇ ਤੋਂ ਵਿਛੜਿਆਂ, ਵੀ ਹੁਣ ਸਾਨੂੰ ਸੋਝੀ ਆ ਗਈ, ਸੰਗਤ ਕਰਕੇ ਭੇਤ ਆ ਗਿਆ। ਹੁਣ ਇਹ ਜਿਹੜਾ ਜੀਵਨ ਸਾਰਾ ਤੇਰੇ ਲੇਖੇ, ਅਤੇ ਅਸੀਂ ਇੱਕ ਆਸ ਲੈ ਕੇ ਜਿਉਂਦੇ ਹਾਂ ਵੀ ਬੜਾ ਚਿਰ ਹੋ ਗਿਆ ਤੇ ਤੋਂ ਵਿਛੜਿਆਂ ਨੂੰ, ਤੇਰੇ ਦਰਸ਼ਨਾਂ ਨੂੰ। ਕਦੋਂ ਤੇਰੇ ਨਾਲ ਮਿਲਾਪ ਹੋਵੇ, ਕਦੋਂ ਤੇਰੇ ਵਿੱਚ ਸਮਾਈਏ। ਮਾਰੇ ਫਰਮਾਉਂਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹਨਾਂ ਦੀ ਇਹ ਆਸ਼ਾ ਭਗਤਾਂ ਦੀ, ਜਿਹੜੇ ਸਨਮੁਖ ਨੇ ਉਹਨਾਂ ਦੀ ਇਹ ਆਸ ਵੀ ਮਾਲਕ ਦੇ ਵਿੱਚ ਸਮਾਉਣਾ, ਲੀਨ ਹੋਣਾ। ਜਿਹੜੇ ਬੇਮੁਖ ਨੇ ਉਹਨਾਂ ਦੀਆਂ ਸੰਸਾਰ ਦੀਆਂ ਆਸ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿੱਦਾਂ ਦੀ ਸਾਡੇ ਮਨ ਦੀ ਆਸਾ ਹੁੰਦੀ, ਜਿੱਦਾਂ ਦੀ ਸਾਡੀ ਭੁੱਖ ਹੈ, ਜਿੱਦਾਂ ਦੀ ਸਾਡੇ ਮਨ 'ਚ ਪਿਆਸ ਹੈ, ਉਹ ਉੱਦਾਂ ਦੀ ਮਾਲਕ ਸਾਡੀ ਪੂਰੀ ਕਰ ਦਿੰਦਾ। ਜੇ ਸਾਡੇ ਮਨ 'ਚ ਮਾਲਕ ਦੇ ਦਰਸ਼ਨਾਂ ਦੀ ਪਿਆਸ ਹੋਵੇ, ਪਰਮਾਤਮਾ ਨੂੰ ਮਿਲਣ ਦੀ ਤੜਫ ਹੋਵੇ, ਵਿਰਾਗ ਹੋਵੇ, ਅਤੇ ਸਾਨੂੰ ਪਰਮਾਤਮਾ ਮਿਲ ਪੈਂਦਾ। ਨਹੀਂ ਤਾਂ ਜਿੱਦਾਂ ਦੀ ਸਾਡੇ ਮਨ ਦੀ ਭੁੱਖ ਹੈ, ਉਹ ਉੱਦਾਂ ਦੀ ਪੂਰਤੀ ਕਰ ਦਿੰਦਾ। ਮਾਰੇ ਫਰਮਾਉਂਦੇ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰਜਾਮੀ। ਵੀ ਜਦੋਂ ਸਾਡੇ ਮਨ 'ਚ ਉਹਦੇ ਦਰਸ਼ਨਾਂ ਦੀ ਪਿਆਸ ਹੁੰਦੀ, ਮਾਲਕ ਨੂੰ ਮਿਲਣ ਦੀ ਤਾਂਘ ਹੁੰਦੀ, ਅਤੇ ਸਾਨੂੰ ਉਹ ਮਿਲ ਪੈਂਦਾ। ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਇਹ ਪਿਆਸ ਹੀ ਪੈਦਾ ਹੋ ਗਈ ਪਰਮਾਤਮਾ ਦੇ ਦਰਸ਼ਨਾਂ ਦੀ, ਵੀ ਉਹਨਾਂ ਦੇ ਅਸੀਂ ਬਲਿਹਾਰ ਜਾਂਦੇ ਹਾਂ, ਵਾਰੇ ਜਾਂਦੇ ਹਾਂ। ਜਿਨ੍ਹਾਂ ਨੇ ਮਿਲਾਪ ਕਰ ਲਿਆ ਉਹਨਾਂ 'ਤੇ ਦਾ ਤਾਂ ਕਹਿਣਾ ਹੀ ਕੀ, ਉਹਨਾਂ ਦੇ ਮਾਲਕ 'ਚ ਤਾਂ ਕੋਈ ਫਰਕ ਹੀ ਨਹੀਂ ਰਹਿੰਦਾ। ਜਿਨ੍ਹਾਂ ਦੇ ਅੰਦਰ ਇਹ ਪਿਆਸ ਵੀ ਹੈ, ਜਿਨ੍ਹਾਂ ਦੇ ਅੰਦਰ ਤੜਫ ਵੀ, ਉਹਨਾਂ ਪਰਥਾਏ ਵੀ ਮਹਾਰਾਜ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਬਈ ਅਸੀਂ ਤਾਂ ਉਹਨਾਂ ਦੇ ਵੀ ਵਾਰੇ ਜਾਂਦੇ ਹਾਂ ਜਿਨ੍ਹਾਂ ਦੇ ਅੰਦਰ ਇਹ ਪਿਆਸ ਸੀ ਮਾਲਕ ਨੂੰ ਮਿਲਣ ਦੀ, ਜਿਹੜੇ ਪਰਮਾਤਮਾ ਨੂੰ ਵੀ ਮਿਲਣਾ ਚਾਹੁੰਦੇ ਸੀ। ਜਿਨ੍ਹਾਂ ਦੇ ਅੰਦਰ ਇਹ ਪਿਆਸ ਤੜਫ ਹੀ ਪੈਦਾ ਹੋ ਗਈ, ਉਹਨਾਂ ਦਾ ਜੀਵਨ ਜਿਹੜਾ ਉਹ ਸਾਰਾ ਸਫਲ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਸਭ ਜਨਮ ਤਿਨਾਂ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਣ ਲੱਗ ਗਈ, ਉਹਨਾਂ ਦਾ ਜਨਮ ਸਫਲ। ਸਾਚੇ ਨਾਮ ਕੀ ਲਾਗੇ ਭੂਖ।
ਬਈ ਜਿਵੇਂ ਹੁਣ ਸਾਨੂੰ ਤਨ ਵਾਸਤੇ ਸਰੀਰ ਵਾਸਤੇ ਭੁੱਖ ਲੱਗਦੀ, ਅਸੀਂ ਪ੍ਰਸ਼ਾਦਾ ਪਾਣੀ ਛਕਦੇ, ਪਿਆਸ ਲੱਗਦੀ ਪਾਣੀ ਪੀਂਦੇ ਹਾਂ, ਭੁੱਖ ਲੱਗਦੀ ਪ੍ਰਸ਼ਾਦਾ ਭੋਜਨ ਛਕਦੇ ਹਾਂ। ਇਹ ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਪਿਆਸ ਲੱਗਣ ਲੱਗ ਜੀ ਪਰਮਾਤਮਾ ਦੇ ਦਰਸ਼ਨਾਂ 'ਚ, ਉਹਦੀ ਤਾਂਘ ਹੋਣ ਲੱਗ ਜੇ ਸਾਡੇ ਅੰਦਰ, ਅਤੇ ਉਦੋਂ ਕਹਿੰਦੇ ਇਹਨਾਂ ਦਾ ਜਨਮ ਸਫਲ ਹੋ ਗਿਆ। ਹੌਲੀ ਤੜਫ ਪਿਆਸ ਸਾਡੇ ਅੰਦਰ ਪੈਦਾ ਹੁੰਦੀ ਜਦੋਂ ਅਸੀਂ ਸਤ ਸੰਗਤ ਕਰਦੇ। ਹੁਣ ਜਦੋਂ ਆਪਾਂ ਸੰਗਤ ਕਰਦੇ ਹਾਂ, ਮਾਲਕ ਦੀ ਕਿਰਪਾ ਆਪਣੇ 'ਤੇ ਹੁੰਦੀ, ਅਤੇ ਸੰਗਤ ਦੇ ਵਿੱਚ ਆ ਕੇ ਫਿਰ ਸਾਡਾ ਪਿਆਰ ਪੈ ਜਾਂਦਾ। ਜਦੋਂ ਪਿਆਰ ਪੈ ਜਾਂਦਾ, ਮਾਲਕ ਸਮਝ ਲਓ ਵੀ ਸਾਡੇ 'ਤੇ ਪੂਰਾ ਪ੍ਰਸੰਨ ਹੋ ਗਈ। ਜਹ ਠਾਕਰ ਪ੍ਰਸੰਨ ਭਇਓ ਸਤ ਸੰਗਤ 'ਤੇ ਪਿਆਰ। ਜਦੋਂ ਪਿਆਰ ਪੈ ਜਾਂਦਾ ਸੰਗਤ 'ਚ, ਫਿਰ ਆਪਾਂ ਖਿੱਚੇ ਚੱਲੇ ਆਉਂਦੇ, ਕਿਉਂਕਿ ਪਿਆਰ ਦੀ ਗੱਲ ਹੈ ਸਾਰੀ। ਜਿੱਥੇ ਪਿਆਰ ਹੁੰਦਾ ਉੱਥੇ ਜੀਵ ਆਉਂਦਾ ਹੀ ਹੈ, ਜਦੋਂ ਪਿਆਰ ਨਹੀਂ ਤਾਂ ਫਿਰ ਅਸੀਂ ਆਉਂਦੇ ਨਹੀਂ। ਹੁਣ ਆਪਾਂ ਸੰਗਤ ਦੇ ਵਿੱਚ ਰੋਜ਼ ਆਉਂਦੇ ਹਾਂ ਇਸੇ ਕਰਕੇ ਵੀ ਆਪਣਾ ਪਿਆਰ ਹੈ, ਤਾਂਹੀਓ ਆਪਾਂ ਆਉਂਦੇ ਹਾਂ ਨਾ। ਜੇ ਪਿਆਰ ਨਾ ਹੋਵੇ ਫਿਰ ਤਾਂ ਆਪਾਂ ਕੀ ਕਰਨ ਵਾਸਤੇ ਆਉਣਾ, ਫਿਰ ਤਾਂ ਕਹਿੰਦੇ ਛੱਡੋ ਪਰੇ ਜੀ। ਹੁਣ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਡਾ ਪਿਆਰ ਪੈ ਗਿਆ ਅਤੇ ਸਾਡੇ ਅੰਦਰ ਖਿੱਚ ਪੈਦਾ ਹੋ ਜਾਂਦੀ, ਪਿਆਰ ਦੀ ਖਿੱਚ ਹੁੰਦੀ, ਅਤੇ ਫਿਰ ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਫਿਰ ਸਫਲ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਇਹ ਪਿਆਰ ਦੀ ਤਾਂਘ ਪੈਦਾ ਹੋ ਗਈ, ਮਾਲਕ ਨੂੰ ਮਿਲਣ ਦੀ ਤੜਪ ਪੈਦਾ ਹੋ ਗਈ, ਨਾਮ ਦੀ ਭੁੱਖ ਲੱਗਣ ਲੱਗ ਗਈ। ਫਿਰ ਇਸ ਕਰਕੇ ਕਹਿੰਦੇ ਵੀ ਉਹਨਾਂ ਦਾ ਜੀਵਨ ਸਫਲ। ਅਤੇ ਸਤ ਸੰਗਤ ਦੇ ਵਿੱਚ ਸੰਤਾਂ ਨੇ, ਸਾਧੂਆਂ ਨੇ ਸਾਡੇ ਅੰਦਰ ਇਹ ਤੜਫ ਹੀ ਪੈਦਾ ਕਰਨੀ ਹੁੰਦੀ, ਵਿਰਾਗ। ਹੁਣ ਇਹ ਵਿਰਾਗ ਸਾਡੇ ਅੰਦਰ ਉਦੋਂ ਪੈਦਾ ਹੁੰਦਾ ਜਦੋਂ ਸਾਡਾ ਮਨ ਨਿਰਮਲ ਹੋ ਜਾਂਦਾ। ਜਿਹੜਾ ਮਨ ਮੈਲਾ ਹੈ ਉਹਦੇ ਅੰਦਰ ਇਹ ਤੜਫ ਅਤੇ ਵਿਰਾਗ ਨਹੀਂ ਪੈਦਾ ਹੁੰਦਾ, ਮੈਲੇ ਮਨ 'ਤੇ। ਜਿਹੜਾ ਮਨ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਉਹ ਨਿਰਮਲ ਮਨ ਫਿਰ ਉਹ ਵਿਰਾਗੀ ਹੋ ਜਾਂਦਾ। ਇਹ ਨਿਸ਼ਾਨੀ ਫਿਰ ਉਹ ਵਿਰਾਗ ਹੈ ਜਿਹੜਾ ਉਹ ਕਿਸੇ ਸੰਸਾਰੀ ਪਦਾਰਥ ਵਾਸਤੇ ਨਹੀਂ ਆਪਣਾ ਹੁੰਦਾ, ਉਹ ਮਾਇਆ ਵਾਸਤੇ ਨਹੀਂ, ਉਹਦੇ ਵਿੱਚ ਕੋਈ ਸੰਸਾਰ ਦੀ ਮੰਗ ਨਹੀਂ ਹੁੰਦੀ। ਉਹ ਵਿਰਾਗ ਹੁੰਦਾ ਮਾਲਕ ਨੂੰ ਵਿਛੋੜੇ ਤੇ, ਵੀ ਜਦੋਂ ਅਸੀਂ ਵਿਛੜੇ ਹਾਂ ਪਰਮਾਤਮਾ 'ਚ, ਉਹਦੇ ਨਾਲ ਸਾਡਾ ਮਿਲਾਪ ਹੋ ਜੇ। ਅਸੀਂ ਜਿਹਨੇ ਸਾਨੂੰ ਪੈਦਾ ਕੀਤਾ, ਅਸੀਂ ਉਹਨੂੰ ਦੇਖੀਏ ਤਾਂ ਸਹੀ ਵੀ ਉਹ ਹੈ ਕਿਹੋ ਜਿਹਾ ਮਾਲਕ, ਸਾਡਾ ਸਿਰਜਣਹਾਰ ਜਿਹਨੇ ਸਾਨੂੰ ਪੈਦਾ ਕੀਤਾ। ਫਿਰ ਉਹਨੂੰ ਮਿਲਣ ਵਾਸਤੇ ਸਾਡੇ ਅੰਦਰ ਇਹ ਤੜਫ ਅਤੇ ਵਿਰਾਗ ਪੈਦਾ ਹੁੰਦਾ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਜਦੋਂ ਵਿਰਾਗ ਪੈਦਾ ਹੋ ਗਿਆ, ਫਿਰ ਇਹ ਮਾਇਆ ਨੂੰ ਛੱਡ ਦਿੰਦਾ ਮਨ। ਜਦ ਤੱਕ ਸਾਡੇ ਅੰਦਰ ਵਿਰਾਗ ਨਹੀਂ, ਤੜਫ ਨਹੀਂ, ਇਹ ਮਾਇਆ ਜਿਹੜੀ ਇਹ ਮਾਇਆ ਛੁੱਟਦੀ ਨਹੀਂ। ਮਾਇਆ ਦਾ ਪਿਆਰ, ਮਾਇਆ ਦਾ ਮੋਹ ਨਹੀਂ ਛੁੱਟਦਾ। ਮਹਾਰਾਜ ਫਰਮਾਉਂਦੇ ਬਿਨ ਵਿਰਾਗ ਨੇ ਛੂਟ ਸਮਾਇਆ, ਵੀ ਜਦ ਤੱਕ ਵਿਰਾਗ ਨਹੀਂ, ਤੜਫ ਨਹੀਂ, ਇਹ ਮਾਇਆ ਦਾ ਮੋਹ ਇਹ ਅਸੀਂ ਛੱਡਦੇ ਨਹੀਂ ਹੈ। ਵਿਰਾਗ ਤੋਂ ਬਿਨਾਂ ਇਹ ਮਾਇਆ ਛੱਡੀ ਨਹੀਂ ਜਾਂਦੀ। ਜਦੋਂ ਵਿਰਾਗ ਪੈਦਾ ਹੋ ਗਿਆ, ਫਿਰ ਇਹ ਮਾਇਆ ਛੱਡੀ ਜਾਂਦੀ। ਫਿਰ ਸਾਨੂੰ ਕੋਈ ਫਰਨਾ ਨਹੀਂ ਆਉਂਦਾ, ਫਿਰ ਸਾਨੂੰ ਕੋਈ ਵਿਚਾਰ ਨਹੀਂ ਆਉਂਦਾ। ਉਦੋਂ ਕਹਿੰਦੇ ਬਈ ਇਹ ਵਿਰਾਗੀ ਹੋ ਗਈ। ਉਦੋਂ ਕਹਿੰਦੇ ਵੀ ਇਹ ਮਨ ਤ੍ਰੈ ਗੁਣਾਂ ਤੋਂ ਅਤੀਤ ਹੋ ਗਈ, ਵੀ ਇਹ ਵਿਰਾਗੀ ਹੋ ਗਿਆ, ਇਹ ਸੰਨਿਆਸੀ ਹੋ ਗਿਆ, ਇਹ ਅਤੀਤ ਹੋ ਗਿਆ। ਉਦੋਂ ਫਿਰ ਇਹ ਜਿਹੜਾ ਮਨ ਸ਼ੁੱਧ ਹੋ ਗਈ, ਉਦੋਂ ਫਿਰ ਉਹਨੂੰ ਕਹਿੰਦੇ ਵੀ ਇਹ ਜਤੀ ਸਤੀ ਹੋ ਗਿਆ, ਇਹ ਵਿਵੇਕੀ ਹੋ ਗਈ, ਇਹ ਵੈਸ਼ਨੂੰ ਹੋ ਗਿਆ। ਜਿਵੇਂ ਇਹ ਸੰਸਾਰ 'ਚ ਆਪਾਂ ਆਮ ਹੀ ਸੁਣਦੇ ਹਾਂ ਵੀ ਇਹ ਵੈਸ਼ਨੂੰ ਹੈ ਜੀ। ਸੰਸਾਰੀ ਵੈਸ਼ਨੂੰ ਕਿਹਨੂੰ ਕਹਿੰਦੇ? ਵੀ ਜਿਹੜਾ ਸੰਸਾਰ ਦੀਆਂ ਵੀ ਇਹ ਕੁਛ ਨਸ਼ਾ ਨਹੀਂ ਕਰਦਾ ਜੀ, ਇਹ ਵੈਸ਼ਨੂੰ।
ਹੁਣ ਮਨ ਕਦੋਂ ਵੈਸ਼ਨੂੰ ਬਣਦਾ? ਜਦੋਂ ਇਹ ਵਿਚਾਰਾਂ ਨੂੰ ਛੱਡ ਦਿੰਦਾ, ਜਦੋਂ ਇਹ ਦੌਦਾ ਈਰਖਾ ਵੈਰ ਵਿਰੋਧ ਛੱਡ ਦਿੰਦਾ, ਜਦੋਂ ਇਹ ਈਰਖਾ ਨਫ਼ਰਤ ਹਉਮੈ ਹੰਕਾਰ ਤੋਂ ਰਹਿਤ ਹੋ ਜਾਂਦਾ, ਉਦੋਂ ਫਿਰ ਮਨ ਨੂੰ ਕਹਿੰਦੇ ਵੀ ਇਹ ਵੈਸ਼ਨੂੰ ਹੋ ਗਈ, ਇਹ ਵਿਚਾਰਾਂ ਤੋਂ ਰਹਿਤ ਹੋ ਗਿਆ, ਇਹ ਨਸ਼ਾ ਨਹੀਂ ਕਰਦਾ। ਕਿਹੜਾ ਨਸ਼ਾ ਇਹਨੂੰ ਚੜ੍ਹਦਾ ਮਨ ਨੂੰ? ਇਹ ਵਿਚਾਰਾਂ ਦਾ। ਇਹਨੂੰ ਮੱਧ ਚੜ੍ਹੀ ਹੋਈ ਹੈ ਵਿਚਾਰਾਂ ਦੀ, ਜਿਹਨੂੰ ਮਹਾਰਾਜ ਕਹਿੰਦੇ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਲਾਵਾ ਅਹੰਕਾਰ, ਮਜਲਿਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ। ਮਦ ਹੁੰਦੀ ਸ਼ਰਾਬ। ਇੱਕ ਤਾਂ ਆਪਾਂ ਦੇਖਦੇ ਵੀ ਸੰਸਾਰ 'ਚ ਜਿਹੜੇ ਜੀਵ ਸ਼ਰਾਬੀ ਵੀ ਜਿਹੜੇ ਸ਼ਰਾਬ ਪੀਂਦੇ, ਮਦ ਪੀਂਦੇ, ਇੱਕ ਮਦ ਸਾਡੇ ਮਨ ਨੂੰ ਦਿੱਤੀ ਜਾਂਦੀ, ਉਹ ਸਾਡਾ ਮਨ ਨੂੰ ਮੱਧ ਜਿਹੜੀ ਦਿੱਤੀ ਜਾਂਦੀ ਸ਼ਰਾਬ, ਉਹ ਫਿਰ ਇਹ ਕਾਮ ਦੀ ਮੱਧ, ਇਹ ਫਿਰ ਪੰਜੇ ਹੀ ਇਹ ਸਾਡੇ ਮਨ ਨੂੰ ਪਿਆਉਂਦੀ। ਕਲ ਕਲ ਵਾਲੀ ਕਾਮ ਮੱਧ ਪੀਂਦਾ ਕੌਣ? ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਲਾਵਾ ਅਹੰਕਾਰ। ਵੀ ਕ੍ਰੋਧ ਹੈ ਜਿਹੜਾ ਉਹ ਕਟੋਰੀ ਬਣ ਜਾਂਦਾ ਅਤੇ ਮੋਹ ਦੀ ਭਰੀ ਹੋਈ, ਅਤੇ ਹੰਕਾਰ ਚੱਕ ਕੇ ਮੂੰਹ ਨੂੰ ਲਾ ਦਿੰਦਾ। ਫਿਰ ਇਸ ਤਰ੍ਹਾਂ ਇਹ ਮੱਧ ਪੀਂਦਾ, ਫਿਰ ਇਹ ਮੱਧ ਪੀ ਪੀ ਕੇ ਖਵਾਰ ਹੁੰਦਾ, ਫਿਰ ਇਹ ਡਿੱਗਦਾ ਢਹਿੰਦਾ ਫਿਰਦਾ, ਫਿਰ ਇਹ ਧੱਕੇ ਖਾਂਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਨਾ ਵੀ ਸ਼ਰਾਬੀ ਨੂੰ ਸ਼ਰਾਬ ਚੜ੍ਹ ਜਾਂਦੀ ਅਤੇ ਉਹ ਡਿੱਗਦਾ ਫਿਰਦਾ, ਆਪ ਮਹਾਰੀ ਬੋਲੀ ਜਾਂਦਾ ਵੀ ਉਹਨੂੰ ਪਤਾ ਨਹੀਂ ਵੀ ਕੀ ਬੋਲਣਾ। ਹੁਣ ਇਸੇ ਤਰ੍ਹਾਂ ਹੀ ਜਦੋਂ ਮਨ ਨੂੰ ਮੱਧ ਚੜ੍ਹ ਜਾਂਦੀ, ਫਿਰ ਇਹ ਆਪ ਮਹਾਰੀ ਬੋਲੀ ਜਾਂਦਾ, ਇਹਨੂੰ ਪਤਾ ਹੀ ਨਹੀਂ ਵੀ ਮੈਂ ਬੋਲਣਾ ਕੀ। ਫਿਰ ਇਹ ਕਿਸੇ ਦੀ ਨਿੰਦਿਆ ਕਰੀ ਜਾਏਗਾ, ਕਿਸੇ ਦੀਆਂ ਚੁਗਲੀਆਂ ਕਰੀ ਜਾਏਗਾ, ਕਿਸੇ ਨਾਲ ਈਰਖਾ ਨਫ਼ਰਤ ਫਿੱਕੇ ਬੋਲ ਬੋਲੀ ਜਾਏਗਾ। ਉਦੋਂ ਕਹਿੰਦੇ ਇਹਨੂੰ ਮੱਧ ਚੜ੍ਹੀ ਹੋਈ, ਇਹਨੂੰ ਨਸ਼ਾ ਚੜ੍ਹਿਆ ਹੋਇਆ। ਹੁਣ ਮਹਾਰਾਜ ਕਹਿੰਦੇ ਵੀ ਇਹ ਮੱਧ ਜਿਹੜੀ ਸਾਡੀ ਫਿਰ ਲੈਂਦੀ ਜਦੋਂ ਅਸੀਂ ਇਹ ਸਤ ਸੰਗਤ ਕਰਦੇ ਹਾਂ, ਜਦੋਂ ਸਿਮਰਨ ਕਰਦੇ ਹਾਂ, ਜਦੋਂ ਫਿਰ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ, ਅਤੇ ਫਿਰ ਇਹ ਮਨ ਦੀ ਮੱਧ ਜਿਹੜੀ ਫਿਰ ਇਹ ਲੈਂਦੀ, ਅਤੇ ਜਦੋਂ ਮੱਧ ਲੈਂਦੀ ਫਿਰ ਉਦੋਂ ਕਹਿੰਦੇ ਵੀ ਇਹ ਵੈਸ਼ਨੂੰ ਹੋ ਗਈ, ਵੀ ਇਹ ਮਾਇਆ ਤੋਂ ਭਿੰਨ ਹੋ ਗਿਆ, ਮਾਇਆ ਤੋਂ ਰਹਿਤ ਹੋ ਗਈ। ਸੋ ਵੈਸ਼ਨੂੰ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵੀ ਜਿਹੜਾ ਇਹ ਤ੍ਰੈ ਗੁਣਾਂ ਤੋਂ ਮਾਇਆ ਤੋਂ ਰਹਿਤ ਹੋ ਗਿਆ, ਤ੍ਰੈ ਗੁਣਾਂ ਤੋਂ ਉੱਪਰ ਉੱਠ ਗਿਆ, ਉਹਨੂੰ ਕਹਿੰਦੇ ਵੈਸ਼ਨੂੰ ਹੋ ਗਈ। ਉਹ ਨਹੀਂ ਕਹਿੰਦੇ ਵਿਵੇਕੀ ਹੋ ਗਏ, ਜਿਹਨੂੰ ਵਿਵੇਕ ਗਿਆਨ ਹੋ ਗਏ ਵੀ ਇਹਨਾਂ ਦੀ ਬੁੱਧ ਵਿਵੇਕ ਹੋ ਗਈ। ਇੱਕ ਤਾਂ ਹੁੰਦਾ ਤਨ ਦਾ ਵਿਵੇਕ, ਜਿਵੇਂ ਕਈ ਜੀਵ ਤਨ ਦਾ ਵਿਵੇਕ ਰੱਖ ਲੈਂਦੇ, ਇੱਕ ਹੁੰਦਾ ਮਨ ਦਾ ਵਿਵੇਕ, ਵੀ ਮਨ ਨੇ ਵਿਵੇਕੀ ਹੋ ਜਾਣਾ, ਮਨ ਦੀ ਵਿਵੇਕ ਬੁੱਧ ਹੋ ਜਾਣਾ। ਵਿਵੇਕੀ ਕਹਿੰਦੇ ਵੀ ਜਿਹੜੇ ਘਰ ਚਲੇ ਗਏ, ਮਾਲਕ ਨਾਲ ਮਿਲਾਪ ਹੋ ਗਿਆ, ਉਹਨਾਂ ਨੂੰ ਕਹਿੰਦੇ ਵੀ ਇਹ ਵਿਵੇਕੀ ਹੋ ਗਏ, ਇਹ ਵੈਸ਼ਨੂੰ ਨੇ ਅਤੇ ਇਹ ਵਿਵੇਕੀ। ਜੇ ਤੁਸੀਂ ਪਰਮਾਤਮਾ ਵਾਹਿਗੁਰੂ ਦੀ ਕੋਈ ਗੱਲ ਪੁੱਛਣੀ, ਮਿਲਾਪ ਦੀ ਕੋਈ ਗੱਲ ਪੁੱਛਣੀ, ਕੋਈ ਅੰਦਰ ਦੀ ਗੱਲ ਪੁੱਛਣੀ, ਤੁਸੀਂ ਇਹਨਾਂ ਵਿਵੇਕੀਆਂ ਤੋਂ ਪੁੱਛ ਲਓ। ਜੇ ਤੁਸੀਂ ਭੇਤ ਲੈਣਾ ਮਨ ਦਾ, ਜੇ ਤੁਸੀਂ ਆਪਦੇ ਮਨ ਵਾਸਤੇ ਸ਼ਾਂਤੀ ਚਾਹੁੰਦੇ ਹੋ, ਸੁੱਖ ਚਾਹੁੰਦੇ ਹੋ ਮਨ ਦਾ, ਤੁਸੀਂ ਇਹਨਾਂ ਵਿਵੇਕੀਆਂ ਤੋਂ ਪੁੱਛ ਲਓ ਜੋ ਵੀ ਪੁੱਛ। ਇਹ ਸਾਨੂੰ ਸਾਰਾ ਭੇਦ ਦੇ ਦੇਣਗੇ, ਦੱਸ ਦੇਣਗੇ। ਮਹਾਰਾਜ ਫਰਮਾਉਂਦੇ ਪੁੱਛੋ ਜਾਏ ਵਿਵੇਕੀਆਂ, ਵੀ ਉਹਨਾਂ ਵਿਵੇਕੀਆਂ ਤੋਂ ਜਾ ਕੇ ਪੁੱਛੋ। ਪੁੱਛਣਾ ਕੀ? ਬਈ ਅਸੀਂ ਕਿਵੇਂ ਮਾਲਕ ਨੂੰ ਮਿਲੀਏ, ਪਰਮਾਤਮਾ ਨੂੰ, ਅਸੀਂ ਕਿਵੇਂ ਆਪਦੇ ਜੀਵਨ ਦਾ ਲਾਹਾ ਖੱਟੀਏ, ਅਤੇ ਉਹ ਜਿਨ੍ਹਾਂ ਦੀ ਬੁੱਧ ਵਿਵੇਕ ਉਹਨਾਂ ਤੋਂ ਪੁੱਛੋ। ਹੁਣ ਇਹ ਬੁੱਧ ਸਾਡੀ ਵਿਵੇਕ ਹੁੰਦੀ ਸਤ ਸੰਗਤ ਦੇ ਵਿੱਚ ਆ ਕੇ। ਸਤ ਸੰਗਤ ਨੂੰ ਪਾਰਸ ਦਾ ਨਾਮ ਦਿੱਤਾ। ਜਿਵੇਂ ਪਾਰਸ ਦੇ ਨਾਲ ਲੋਹਾ ਲਾ ਕੇ ਉਹ ਸੋਨਾ ਬਣ ਜਾਂਦਾ, ਉਹ ਸ਼ੁੱਧ ਹੋ ਜਾਂਦਾ, ਕੰਚਨ ਹੋ ਜਾਂਦਾ। ਸਾਡਾ ਜਿਹੜਾ ਮਨ ਵੀ ਇਹ ਤ੍ਰੈ ਗੁਣਾਂ 'ਚ ਮਾਇਆ 'ਚ ਰਹਿ ਕੇ, ਜਿੱਥੇ
ਇਹਨੂੰ ਮੱਧ ਚੜ੍ਹੀ ਹੁੰਦੀ ਹੈ, ਨਸ਼ੇੜੀ ਬਣਿਆ ਹੁੰਦਾ, ਉੱਥੇ ਇਹ ਲੋਹਾ ਰੂਪ ਹੋ ਜਾਂਦਾ, ਇਹਨੂੰ ਜੰਗਾਲ ਲੱਗ ਜਾਂਦਾ। ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ, ਸਤ ਸੰਗਤ ਨੂੰ ਪਾਰਸ ਕਹਿੰਦੇ, ਅਤੇ ਪਾਰਸ ਦੇ ਨਾਲ ਲੱਗ ਕੇ ਇਹ ਲੋਹਾ ਰੂਪ ਹੋਇਆ ਮਨ ਇਹ ਕੰਚਨ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਉਦੋਂ ਕਹਿੰਦੇ ਵੀ ਇਹ ਵਿਵੇਕੀ ਹੋ ਗਿਆ, ਇਹਦੀ ਬੁੱਧ ਵਿਵੇਕ ਹੋ ਗਈ। ਮਹਾਰਾਜ ਫਰਮਾਉਂਦੇ, ਸਾਧ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਬਈ ਪਾਰਸ ਨੂੰ ਮਿਲ ਕੇ ਲੋਹਾ ਸੀ ਜਿਹੜਾ ਉਹ ਕੰਚਨ ਬਣ ਗਿਆ। ਸਾਡਾ ਮਨ ਸੀ ਜਿਹੜਾ ਉਹ ਸਤ ਸੰਗਤ ਕਰਕੇ ਉਹ ਸ਼ੁੱਧ ਹੋ ਜਾਂਦਾ, ਨਿਰਮਲ ਹੋ ਜਾਂਦਾ। ਸਤ ਸੰਗਤ ਫਿਰ ਉਹਨੂੰ ਕਹਿੰਦੇ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਕੋਈ ਸੰਸਾਰ ਦੀ ਦੁਨਿਆਵੀ ਗੱਲ ਨਹੀਂ, ਜਿੱਥੇ ਕੋਈ ਦੁਵਿਧਾ ਦੀ ਗੱਲ ਨਹੀਂ, ਜਿੱਥੇ ਨਰੋਲ ਮਾਲਕ ਨੂੰ ਮਿਲਾਪ ਦੀ ਵਿਚਾਰ ਹੁੰਦੀ, ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਉਹਨੂੰ ਸਤ ਸੰਗਤ ਕਹਿੰਦੀ, ਉਹਨੂੰ ਪਾਰਸ ਆਖਿਆ। ਉੱਥੇ ਪਾਰਸ 'ਚ ਆ ਕੇ ਮਨ ਕੰਚਨ ਬਣਦਾ, ਸੋਨਾ। ਜਿੱਥੇ ਸੱਚ ਤੇ ਨਾਮ ਦੀ ਮਹਿਮਾ ਨਹੀਂ ਹੁੰਦੀ, ਜਿੱਥੇ ਸੰਸਾਰ ਦੀਆਂ ਵਿਚਾਰਾਂ ਹੁੰਦੀਆਂ, ਉਹਨੂੰ ਸਤ ਸੰਗਤ ਨਹੀਂ ਕਹਿੰਦੀ। ਮਹਾਰਾਜ ਇਸ ਲਈ ਸਾਨੂੰ ਸੋਝੀ ਦਿੰਦੇ, ਸਮਝਾਉਂਦੇ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀ ਹੈ। ਵੀ ਜਿੱਥੇ ਨਾਮ ਦਾ ਵਿਖਿਆਨ ਹੁੰਦਾ ਹੋਵੇ, ਉਹਨੂੰ ਸਤ ਸੰਗਤ ਜਾਣੋ, ਉਹਨੂੰ ਸਤ ਸੰਗਤ ਸਮਝੋ। ਜਿੱਥੇ ਫਿਰ ਸੱਚ ਤੇ ਨਾਮ ਦੀ ਵਿਚਾਰ ਹੁੰਦੀ ਹੋਵੇ, ਜਿੱਥੇ ਸਿਮਰਨ ਅਭਿਆਸ ਹੁੰਦਾ ਹੋਵੇ, ਐਸੀ ਸਤ ਸੰਗਤ ਦੇ ਵਿੱਚ ਚੁੱਪ ਕਰਕੇ ਮਹਾਰਾਜ ਕਹਿੰਦੇ ਜਾ ਕੇ ਬੈਠ ਜਾਓ। ਫਰਮਾਉਂਦੇ, ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਵੀ ਜਿੱਥੇ ਸਿਮਰਨ ਹੁੰਦਾ ਹੋਵੇ, ਮਾਲਕ ਨੂੰ ਮਿਲਾਪ ਦੀ ਗੱਲ ਚੱਲਦੀ ਹੋਵੇ, ਉੱਥੇ ਬੈਠੋ ਚੁੱਪ ਕਰਕੇ। ਜਿੱਥੇ ਦੌਦਾ ਦੀ ਗੱਲ ਚੱਲਦੀ ਹੋਵੇ, ਜੇ ਕੋਈ ਸਾਨੂੰ ਸੰਸਾਰ ਦੀ ਗੱਲ ਸੁਣਾਉਂਦਾ, ਦੌਦਾ ਦੀ, ਨਫ਼ਰਤ ਦੀ, ਹਉਮੈ ਦੀ, ਹੰਕਾਰ ਦੀ, ਉਥੋਂ ਚੁੱਪ ਕਰਕੇ ਉੱਠ ਕੇ ਬਾਹਰ ਚਲੇ ਜਾਓ, ਕਿਉਂਕਿ ਉਹ ਮੈਲ ਹੈ। ਉਹ ਸਤ ਸੰਗਤ, ਉਹ ਸਤਸਰ ਸਰੋਵਰ ਨਹੀਂ, ਉਹਨੂੰ ਛੱਪੜ ਕਹਿੰਦੀ, ਉਹ ਛੱਪੜ ਹੈ। ਜੇ ਅਸੀਂ ਛੱਪੜ 'ਚ ਜਾਵਾਂਗੇ, ਸਾਡੇ ਉੱਤੇ ਹੋਰ ਚਿੱਕੜ ਪਏਗਾ, ਸਾਡੇ 'ਤੇ ਗੰਦਗੀ ਪੈ ਜਾਏਗੀ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਾਤੇ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਹੈ। ਵੀ ਮੈਲ ਸਾਡੀ ਤਾਂ ਲੈਣੀ ਜੇ ਅੱਗੇ ਤੀਰਥ ਹੈ, ਅਤੇ ਤੀਰਥ ਹੁੰਦੇ ਸੰਤ ਸਾਧੂ ਜਨ, ਗੁਰਮੁਖ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ, ਜਿਹੜੇ ਸੱਚ ਤੇ ਨਾਮ ਦੇ ਨਾਲ ਜੁੜੇ, ਉਹ ਜਿੱਥੇ ਗੁਰਮੁਖ ਜਾਂਦੇ ਉੱਥੇ ਤੀਰਥ ਬਣ ਜਾਂਦੇ। ਮਹਾਰਾਜ ਤਾਈਓ ਕਹਿੰਦੇ 68 ਤੀਰਥ ਤਿਸ ਸੰਗ ਰਹੇ, ਜੋ ਹਰ ਹਿਰਦੇ ਸਦਾ ਵਸਾਏ। ਵੀ ਜਿਨ੍ਹਾਂ ਦੇ ਹਿਰਦੇ 'ਚ ਮਾਲਕ ਵਸ ਗਿਆ, ਉਹਨਾਂ ਦੇ ਨਾਲ 68 ਤੀਰਥ ਚੱਲਦੇ। ਵੀ ਜਿੱਥੇ ਸਾਧੂ ਜਨ ਬੈਠਦੇ, ਉੱਥੇ ਤੀਰਥ ਬਣ ਜਾਂਦੇ। ਸੋ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੀਰਥ ਉੱਥੇ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ। ਜੇ ਅੱਗੇ ਤੀਰਥ ਹੈ, ਜੇ ਅੱਗੇ ਸੱਚ ਤੇ ਨਾਮ ਦੀ ਗੱਲ ਹੋ ਰਹੀ, ਤਾਂ ਤੀਰਥ ਹੈ, ਤਾਂ ਮਿਲ ਲੈਣੀ। ਜੇ ਅੱਗੇੋਂ ਸਾਨੂੰ ਦੁਵਿਧਾ ਦੀ ਗੱਲ ਸੁਣਾ ਰਿਹਾ, ਹਉਮੈ ਦੀ, ਨਫ਼ਰਤ ਦੀ ਗੱਲ ਸੁਣਾ ਰਿਹਾ, ਅਤੇ ਉਹ ਤੀਰਥ ਨਹੀਂ। ਮਹਾਰਾਜ ਕਹਿੰਦੇ ਉਹ ਛੱਪੜ, ਉਹ ਤੁਸੀਂ ਸੁਣੋਗੇ ਤੁਹਾਡੇ 'ਤੇ ਹੋਰ ਚਿੱਕੜ ਪੈ ਜਾਏਗਾ, ਹੋਰ ਮੈਲ ਚੜ੍ਹ ਜਾਏਗੀ, ਸਾਡਾ ਮਨ ਹੋਰ ਅਸ਼ਾਂਤ ਅਤੇ ਹੋਰ ਦੁਖੀ ਹੋ ਜਾਏਗਾ। ਸੋ ਤਾਈਓ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਨਾ ਜੀਵ ਨੂੰ ਭੇਦ ਹੋਣ ਕਰਕੇ, ਨਾ ਗਿਆਨ ਹੋਣ ਕਰਕੇ, ਫਿਰ ਜੀਵ ਜਦੋਂ ਜਾਂਦਾ ਤੀਰਥਾਂ 'ਤੇ, ਜਾਂ ਇਹ ਕਾਲ ਨੇ ਆਪਦੇ ਸੰਤ ਬਣਾਏ ਨੇ ਜਿਹਨਾਂ ਨੂੰ ਨਾੜੀ ਸੰਤ ਆਖੀ, ਹੁਣ ਉਹਨਾਂ ਕੋਲ ਜੀਵ ਜਾਂਦਾ, ਪਰ ਉਹ ਕੀ ਕਰਦੇ, ਸਾਡੇ ਅੰਦਰ ਅਗਨ ਤਾਂ ਪਹਿਲਾਂ ਹੀ ਹੈਗੀ, ਦੁਵਿਧਾ 'ਚ, ਦੁਰਮਤ ਦੀ ਅਗਨ 'ਚ ਅਸੀਂ ਪਹਿਲਾਂ ਹੀ ਜਲਦੇ।
ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ, ਵੀ ਦੁਰਮਤ ਦੀ ਅਗਨ ਤਾਂ ਪਹਿਲਾਂ ਹੀ ਸਾੜ ਰਹੀ ਸਾਨੂੰ, ਸਾਡੇ ਘਰਾਂ 'ਚ ਕਲੇਸ਼, ਸਾਡੇ ਮਨਾਂ 'ਚ ਕਲੇਸ਼, ਸਾਡੇ ਪਰਿਵਾਰਾਂ 'ਚ ਕਲੇਸ਼। ਹੁਣ ਜੀਵ ਉਹਨਾਂ ਬਾਹਰ ਜਾਂਦੇ ਵੀ ਸਾਡੇ ਮਨ ਨੂੰ ਸ਼ਾਂਤੀ ਆਵੇ, ਅਸੀਂ ਉਹਨਾਂ ਦੀ ਕੋਈ ਗੱਲ ਸੁਣੀਏ ਅਤੇ ਸਾਡੇ ਅੰਦਰ ਸਹਿਜ ਆਵੇ। ਹੁਣ ਉਹ ਕੀ ਕਰਦੇ, ਉਹ ਬਲਦੀ ਦੇ ਅੰਦਰ ਉਹ ਹੋਰ ਤੇਲ ਪਾ ਦਿੰਦੇ। ਤੇਲ ਕਿਵੇਂ ਪਾਉਂਦੇ, ਉਹ ਦੁਬਦਾ ਦੀ ਗੱਲ ਸੁਣਾ ਕੇ। ਜਦੋਂ ਦੁਬਦਾ ਦੀ ਗੱਲ ਸੁਣਾਉਂਦੇ ਸਾਨੂੰ, ਉਹਨੂੰ ਅਸੀਂ ਸੁਣਦੇ ਹਾਂ ਅਤੇ ਉਹ ਸਾਡੇ ਅੰਦਰ ਬਲਦੀ ਦੇ ਵਿੱਚ ਫਿਰ ਤੇਲ ਦਾ ਕੰਮ ਕਰਦੀ। ਮਹਾਰਾਜ ਉਹਨਾਂ ਪਰਥਾਏ ਫਿਰ ਕਹਿੰਦੇ, ਚੱਲੇ ਨਾਮ ਵਸਾਰ ਤਾਵਣ ਤਤਿਆ, ਬਲਦੀ ਅੰਦਰ ਤੇਲ ਦੁਬਦਾ ਘੱਤਿਆ। ਬਈ ਉਹਨਾਂ ਨੇ ਨਾਮ ਨੂੰ ਵਸਾਰ ਕੇ, ਨਾਮ ਨੂੰ ਤਾਂ ਉਹ ਆਪ ਭੁੱਲੇ ਹੋਏ ਨੇ, ਉਹਨਾਂ ਨੂੰ ਤਾਂ ਆਪ ਨਹੀਂ ਨਾਮ ਦਾ ਭੇਤ। ਜੇ ਭੇਤ ਹੋਵੇ ਤਾਂ ਉਹ ਨਾਮ ਦੀ ਗੱਲ ਕਰਨ। ਉਹ ਆਪ ਦੁਬਦਾ ਦੇ ਵਿੱਚ, ਆਪ ਵੈਰ ਵਿਰੋਧ ਦੇ ਵਿੱਚ, ਅਤੇ ਉਹ ਦੁਬਦਾ ਦੀ ਗੱਲ ਸੁਣਾ ਕੇ ਉਹ ਹੋਰ ਬਲਦੀ 'ਚ ਤੇਲ ਪਾ ਦਿੰਦੇ, ਹੋਰ ਧੜੇ ਬਣਾ ਦਿੰਦੇ। ਹੁਣ ਸੰਤਾਂ ਨੇ ਧੜਿਆਂ 'ਚ ਨਹੀਂ, ਸਾਨੂੰ ਸੰਤਾਂ ਨੇ ਤਾਂ ਅਮਨ ਅਤੇ ਸ਼ਾਂਤੀ ਲਿਆਉਣੀ ਹੁੰਦੀ, ਸਾਡੇ ਤਪਦੇ ਮਨਾਂ ਨੂੰ ਠਾਰਨਾ ਹੁੰਦਾ। ਜੇ ਹੁਣ ਸ਼ਾਂਤੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹੀਓ ਸਾਨੂੰ ਦੁਬਦਿਆਂ ਦੀਆਂ ਗੱਲਾਂ ਸੁਣਾਉਣਗੇ, ਅਤੇ ਫਿਰ ਸਾਨੂੰ ਉਹ ਗੱਲ ਕੌਣ ਸੁਣਾਏਗਾ ਜਿਹਦੇ ਨਾਲ ਸਾਡੇ ਤਪਦੇ ਮਨ ਠਾਰਨ, ਜਿਹਦੇ ਨਾਲ ਸਾਡੇ ਮਨ ਸ਼ੀਤਲ ਹੋਣ, ਸਾਡੇ ਮਨ ਠੰਡੇ ਹੋਣ। ਔਰ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਸਤ ਸੰਗਤ ਉਹਨੂੰ ਕਹਿੰਦੇ ਜਿੱਥੇ ਸੱਚ ਅਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਕੋਈ ਸੰਸਾਰ ਦੀ ਦੁਨਿਆਵੀ ਗੱਲ ਨਹੀਂ ਸੁਣਾਈ ਜਾਂਦੀ, ਜਿੱਥੇ ਮਾਲਕ ਨੂੰ ਮਿਲਾਪ ਦੀ ਗੱਲ ਚੱਲਦੀ, ਉਹਨੂੰ ਸਤ ਸੰਗਤ ਕਹਿੰਦੇ, ਉਹਨੂੰ ਸਤਸਰ ਸਰੋਵਰ ਕਹਿੰਦੇ। ਜਿੱਥੇ ਸੰਸਾਰ ਦੀ ਗੱਲ ਹੁੰਦੀ ਉਹਨੂੰ ਛੱਪੜ ਕਹਿੰਦੇ, ਜਿੱਥੇ ਨਿੰਦਿਆ ਚੁਗਲੀ ਹੁੰਦੀ ਉਹਨੂੰ ਛੱਪੜ ਕਹਿੰਦੇ। ਮਹਾਰਾਜ ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਐਸੀ ਸਤ ਸੰਗਤ ਸਤਸਰ ਲੱਭੋ ਸਰੋਵਰ, ਜਿੱਥੇ ਜਾ ਕੇ ਸਾਡਾ ਮਨ ਠੰਡਾ ਠਾਰ ਹੋ ਜੀ। ਜੇ ਅਸੀਂ ਛੱਪੜ 'ਚ ਜਾਵਾਂਗੇ ਤਾਂ ਕਹਿੰਦੇ ਉੱਥੋਂ ਕੀ ਲੱਭੋਗੇ, ਉਹ ਤਾਂ ਤੁਹਾਡੇ ਉੱਤੇ ਚਿੱਕੜ ਪਏਗਾ ਅਤੇ ਤੁਸੀਂ ਹੋਰ ਦੁਖੀ ਹੋਵੋਗੇ, ਹੋਰ ਅਸ਼ਾਂਤ ਹੋ ਜਾਓ। ਮਹਾਰਾਜ ਤਾਂਹੀਓ ਫਰਮਾਉਂਦੇ, ਫਰੀਦਾ ਸੋਈ ਸਰਵਰ ਢੂੰਡ ਲਿਹੋ, ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਏ, ਚਿੱਕੜ ਡੁੱਬੇ ਹੱਥ। ਬਈ ਛੱਪੜ ਦੇ ਵਿੱਚੋਂ ਕੂਟ ਢੂੰਡੋਗੇ ਤਾਂ ਤੁਹਾਡੇ 'ਤੇ ਚਿੱਕੜ ਪਏਗੀ। ਸਤਸਰ ਸਰੋਵਰ ਲੱਭੋ, ਜਿੱਥੋਂ ਸਾਨੂੰ ਸੱਚ ਅਤੇ ਨਾਮ ਦਾ ਭੇਤ ਆ ਜੀ, ਸਾਨੂੰ ਆਪਦੇ ਘਰ ਦਾ ਭੇਤ ਆ ਜੀ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤਾਂ ਅੱਗੇ ਤੀਰਥ ਹੈ ਤਾਂ ਮੈਲ ਉਤਰੂ, ਜੇ ਛੱਪੜ 'ਚ ਜਾਓਗੇ ਤਾਂ ਦੂਣੀ ਮੈਲ ਲਾਉਂਗੇ। ਹੁਣ ਇਹ ਗਿਆਨ ਹੈ, ਜੇ ਤਾਂ ਸਾਨੂੰ ਇਹ ਗਿਆਨ ਹੋਏਗਾ ਫਿਰ ਅਸੀਂ ਆਪਦਾ ਬਚਾਅ ਕਰਾਂਗੇ। ਗਿਆਨੀ ਹੋਏ ਸੋ ਚੇਤਨ ਹੋਏ, ਵੀ ਜਿਹੜਾ ਗਿਆਨੀ ਉਹ ਸੁਚੇਤ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਮੈਂ ਬਚਣਾ ਮਾੜੀ ਸੰਗਤ। ਅਤੇ ਜਿਹਨੂੰ ਗਿਆਨ ਨਹੀਂ, ਜਿਹਨੂੰ ਸੋਝੀ ਨਹੀਂ, ਉਹ ਛੱਪੜ 'ਚ ਜਾ ਕੇ ਛਾਲ ਮਾਰਦਾ ਅਤੇ ਉਹ ਸਾਰਾ ਹੀ ਚਿੱਕੜ ਪੈ ਜਾਂਦਾ ਸੀ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜੀਵ ਜਿਵੇਂ ਜਾਂਦੇ ਤੀਰਥਾਂ 'ਚ, ਹੁਣ ਤੀਰਥ 'ਤੇ ਜੇ ਅਸੀਂ ਜਾਣਾ ਹੈ ਤਾਂ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਜੇ ਅਸੀਂ ਤੀਰਥ 'ਤੇ ਚੱਲੇ ਅਤੇ ਤੀਰਥ 'ਤੇ ਅਸੀਂ ਕੀ ਲੈਣ ਜਾਣਾ, ਇਹ ਸਾਨੂੰ ਗਿਆਨ ਤਾਂ ਹੋਵੇ ਨਾ। ਜੇ ਹੁਣ ਜੀਵ ਇਕੱਠੇ ਹੋ ਕੇ ਚਲੇ ਜਾਂਦੇ ਵੀ ਚਲੋ ਜੀ ਚੱਲੀਏ, ਉਹ ਜਾਂਦੇ ਹੋਏ ਜਾਂਦੇ ਨਿੰਦਿਆ ਚੁਗਲੀ ਕਰਦੇ ਜਾਂਦੇ, ਉਹ ਉੱਥੇ ਜਾਂਦੇ ਅਤੇ ਉੱਥੇ ਜਾ ਕੇ ਵੀ ਉਹੀਓ ਕੁਝ ਕਰੀ ਜਾਂਦੇ, ਅਤੇ ਜਦੋਂ ਵਾਪਸ ਆਉਂਦੇ ਫਿਰ ਉਹੀਓ ਲੜਾਈ ਝਗੜਾ ਕਰਦੀ, ਫਿਰ ਵਾਪਸ ਮੁੜੇ ਆਉਂਦੇ। ਉਹਦਾ ਸਾਨੂੰ ਫਾਇਦਾ ਕੀ ਹੋਇਆ, ਉਦੋਂ ਤਾਂ ਨਾ ਹੀ ਜਾਂਦੇ, ਸਗੋਂ ਉਹ ਤਾਂ ਉੱਥੋਂ ਹੋਰ ਦੂਣੀ ਮੈਲ ਲਵਾ ਕੇ ਆ ਕੇ। ਮਹਾਰਾਜ ਜੀ ਇਸ ਲਈ ਕਹਿੰਦੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ, ਦੋਏ ਭਾਈ ਚੜੀਏ ਸੋਰ। ਬਾਹਰ ਧੋਤੀ ਤੂਮੜੀ, ਅੰਦਰ ਵਿਸ ਨਕੋਰ, ਸਾਧ ਭਲੇ ਅਣਨਹਾਤਿਆਂ, ਚੋਰ ਸੇ ਚੋਰਾਂ ਚੋਰ। ਵੀ ਨਹਾਉਣ ਚੱਲੇ ਤੀਰਥਾਂ 'ਤੇ ਉਹ ਥੋੜ੍ਹੀ ਮੈਲ ਲਾਈ ਅਤੇ ਉਦੋਂ ਦੂਣੀ ਹੋਰ ਲਵਾ ਲਈ।
ਤੇ ਮਹਾਰਾਜ ਕਹਿੰਦੇ ਬਾਹਰੋਂ ਤਾਂ ਧੋਲੀ ਪਰ ਅੰਦਰ ਤਾਂ ਉਹ ਜ਼ਹਿਰ ਉਵੇਂ ਹੀ ਹੈ। ਬਾਹਰੋਂ ਤਨ ਦਾ ਇਸ਼ਨਾਨ ਕਰ ਲਿਆ ਸਰੀਰ ਦਾ, ਪਰ ਅੰਦਰ ਵਿਸ, ਅੰਦਰ ਤਾਂ ਜ਼ਹਿਰ ਉਵੇਂ ਹੀ ਆ। ਉਹ ਮੁੱਖ ਤੋਂ ਪਤਾ ਲੱਗਦਾ, ਜਿਹੜੀ ਮੂੰਹ 'ਚੋਂ ਬਾਹਰ ਕੱਢਦੇ। ਮਹਾਰਾਜ ਕਹਿੰਦੇ ਵੀ ਜਿਹੜੇ ਸਾਧੂ ਉਹ ਤਾਂ ਫਿਰ ਬਿਨਾਂ ਨਹਾਤਿਆਂ ਤੋਂ ਹੀ ਚੰਗੇ ਇੱਥੇ, ਕਿਉਂਕਿ ਉਹਨਾਂ ਦੇ ਅੰਦਰ ਤਾਂ ਸ਼ਾਂਤੀ। ਪਰ ਜਿਹੜਾ ਚੋਰ ਹੈ, ਉਹ ਚੋਰ ਚਾਹੇ ਤੀਰਥ ਇਸ਼ਨਾਨ ਵੀ ਕਰ ਲਵੇ, ਉਹ ਰਹਿਣਾ ਉਹਨੇ ਚੋਰ ਦਾ ਫਿਰ ਚੋਰ ਹੀ ਹੈ, ਕਿਉਂਕਿ ਉਹਨੇ ਸੋਝੀ ਨਹੀਂ ਲਈ, ਉਹਨੇ ਭੇਤ ਨਹੀਂ ਲਿਆ। ਨਾਮ ਤੋਂ ਬਿਨਾਂ ਅਸੀਂ ਚੋਰ ਹਾਂ। ਮਹਾਰਾਜ ਇਸ ਲਈ ਕਹਿੰਦੇ ਬਿਨ ਨਾਮੇ ਸਭ ਚੋਰ, ਵੀ ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜੇ ਤੇ ਅਸੀਂ ਚੋਰ ਹਾਂ। ਤੇ ਚੋਰ ਹੁਣ ਕਿੰਨਾ ਵੀ ਇਸ਼ਨਾਨ ਕਰ ਲਵੇ ਤੇ ਉਹਨੇ ਰਹਿਣਾ ਤਾਂ ਫਿਰ ਚੋਰ ਦਾ ਚੋਰ ਹੀ। ਸੋ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਜੇ ਤੁਸੀਂ ਤੀਰਥ ਨਹਾਉਣ ਚੱਲੇ ਹੋ ਤੇ ਤੀਰਥ ਨਾਮ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਲ ਨਹਾਓ। ਜੇ ਤਾਂ ਹੁਣ ਅਸੀਂ ਸਿੱਖਿਆ ਹੀ ਲੈਣੀ, ਸੋਝੀ ਲੈਣੀ, ਫਿਰ ਤਾਂ ਗੁਰੂ ਗ੍ਰੰਥ ਸਾਹਿਬ ਇੱਥੇ ਵੀ ਉਹੀ ਨੇ। ਜਿੱਥੇ ਆਪਾਂ ਜਾਣਾ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼। ਜੇ ਤਾਂ ਅਸੀਂ ਸਿੱਖਿਆ ਲੈਣੀ, ਜੇ ਤਾਂ ਅਸੀਂ ਸੋਝੀ ਲੈਣੀ, ਜੇ ਤਾਂ ਅਸੀਂ ਮੰਨਣਾ, ਫਿਰ ਤਾਂ ਅਸੀਂ ਜੇ ਇੱਥੇ ਹੀ ਮੰਨ ਲਈਏ। ਜੇ ਅਸੀਂ ਮੰਨਣਾ ਹੀ ਨਹੀਂ, ਫਿਰ ਅਸੀਂ ਜਿੱਥੇ ਮਰਜ਼ੀ ਤੁਰੇ ਫਿਰੀਏ, ਕਿਉਂਕਿ ਜੋ ਗੁਰੂ ਕਹਿ ਰਹੇ, ਜਦੋਂ ਅਸੀਂ ਉਹਨੂੰ ਮੰਨਣਾ ਹੀ ਨਹੀਂ, ਫਿਰ ਸਾਡੇ ਮਨ ਤੋਂ ਮੈਲ ਤਾਂ ਉਤਰਨੀ। ਸੋ ਤਾਂਹੀਓ ਮਹਾਰਾਜ ਕਹਿੰਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਵੀ ਉਹ ਕਾਰ ਕਮਾਵੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਗੁਰੂ ਸਾਨੂੰ ਕਹਿ ਰਿਹਾ ਵੀ ਸਿਮਰਨ ਕਰੋ। ਜੇ ਹੁਣ ਅਸੀਂ ਸਿਮਰਨ ਤਾਂ ਕਰਦੇ ਨਹੀਂ, ਤੇ ਗੁਰੂ ਦਾ ਭਜਨ ਤਾਂ ਮੰਨਦੇ ਨਹੀਂ, ਗੁਰੂ ਦਾ ਕਹਿਣਾ ਤਾਂ ਮੰਨਦੇ ਨਹੀਂ, ਫਿਰ ਅਸੀਂ ਕਿਵੇਂ ਆਪਦਾ ਜਿਹੜਾ ਜੀਵਨ ਉਹ ਸਫਲ ਕਰਾਂਗੇ ਗੁਰੂ ਦੇ ਵਚਨ ਮੰਨੇ ਤੋਂ ਬਿਨਾਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸਾਡੇ ਮਨ ਨੂੰ ਵੀ ਜੇ ਤੂੰ ਜੀਵਨ ਦਾ ਲਾਹਾ ਖੱਟਣਾ, ਫਿਰ ਤੂੰ ਗੁਰੂ ਦੀ ਦੱਸੀ ਹੋਈ ਕਾਰ ਕਮਾ, ਅਤੇ ਉਹਨਾਂ ਜੀਵਾਂ ਦਾ ਸੰਗ ਛੱਡ ਜਿਹੜੇ ਮਾਲਕ ਤੋਂ ਬੇਮੁਖ ਹੋਏ ਫਿਰਦੇ, ਜਿਹੜੇ ਆਪਦੀ ਮੱਤ ਦੁਆਰਾ ਚੱਲਦੇ। ਵੀ ਜੇ ਤੂੰ ਉਹਨਾਂ ਦਾ ਸੰਗ ਛੱਡ ਦੇਂਗਾ ਤੇ ਫਿਰ ਤੇਰੇ ਮਨ 'ਤੇ ਮੈਲ ਨਹੀਂ ਲੱਗੇਗੀ, ਤੂੰ ਆਪਦਾ ਬਚਾਅ ਕਰ ਲਏਂਗਾ। ਜੇ ਤੂੰ ਉਹਨਾਂ ਦਾ ਸੰਗ ਕਰਦਾ ਹੀ ਰਿਹਾ ਤੇ ਉਹਨਾਂ ਨੇ ਤਾਂ ਮੈਲ ਚੜ੍ਹਾਈ ਜਾਣੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਦੁਬਦਾ, ਇਹ ਨਿੰਦਿਆ ਚੁਗਲੀ, ਇਹ ਸੂਤ ਦੀ ਬਿਮਾਰੀ ਹੈ। ਜਿਹਦੇ ਕੋਲ ਅਸੀਂ ਬੈਠਾਂਗੇ ਉਹ ਸਾਨੂੰ ਨਾਲ ਚੁੰਬੜ ਜਾਣੀ। ਜਿਹਨੂੰ ਇਹ ਬਿਮਾਰੀ ਲੱਗੀ, ਜਦੋਂ ਉਹਦੇ ਨਾਲ ਬੈਠਾਂਗੇ ਤੇ ਉਹ ਬਿਮਾਰੀ ਆਪਾਂ ਨੂੰ ਵੀ ਚੁੰਬੜ ਜਾਣੀ, ਉਹਦਾ ਆਪਣੇ 'ਤੇ ਅਸਰ ਹੋ ਜਾਣਾ। ਹੁਣ ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਜਿਵੇਂ ਨਿੰਦਿਆ, ਇਹ ਐਸਾ ਰੋਗ ਹੈ ਵੀ ਜਿਹਦਾ ਕੋਈ ਦਾਰੂ ਨਹੀਂ ਹੈ। ਇਹ ਲਾਜ ਬਿਮਾਰੀ ਹੈ ਵੀ ਜਿਹਦਾ ਕੋਈ ਇਲਾਜ ਨਹੀਂ, ਤੇ ਇਹ ਤੋਂ ਬਚੋ ਵੀ ਇਹ ਬਿਮਾਰੀ ਕਿਤੇ ਸਾਨੂੰ ਚੁੰਬੜ ਨਾ ਜਾਵੇ। ਮਹਾਰਾਜ ਇਸ ਲਈ ਕਹਿੰਦੇ ਸਭੇ ਔਖਦ ਕੀਤੀਆਂ ਨਿੰਦਕ ਆ ਦਾਰੂ ਨਾ ਹੈ। ਵੀ ਜਿਹੜਾ ਨਿੰਦਕ ਜੀਵ ਉਹਦਾ ਕੋਈ ਦਾਰੂ ਹੀ ਨਹੀਂ। ਦੱਸੋ ਤੇ ਕਿੰਨਾ ਭਿਆਨਕ ਰੋਗ ਹੈ। ਹੁਣ ਸੰਸਾਰ ਦੇ ਵਿੱਚ ਕਈ ਐਸੀਆਂ ਬਿਮਾਰੀਆਂ ਵੀ ਜਿਹਦਾ ਕੋਈ ਇਲਾਜ ਨਹੀਂ, ਅਤੇ ਜੀਵ ਤੋਂ ਕਹਿੰਦੇ ਵੀ ਬਚੋ, ਜੇ ਕਿਤੇ ਚੁੰਬੜ ਗਈ ਤਾਂ ਕੋਈ ਇਲਾਜ ਨਹੀਂ, ਬਚਾ ਕਰੋ ਇਹ ਤੋਂ ਜਿੰਨਾ ਕਰ ਸਕਦੇ ਆਪ 'ਚ। ਹੁਣ ਮਹਾਰਾਜ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵੀ ਜਿਹੜਾ ਨਿੰਦਕ ਜੀਵ ਵੀ ਉਹ ਤੋਂ ਤੁਸੀਂ ਆਪਦਾ ਬਚਾਅ ਕਰੋ। ਵੀ ਜੇ ਤੁਸੀਂ ਬਚਾਅ ਕਰੋਗੇ ਤਾਂ ਤੁਸੀਂ ਬਚ ਜਾਓਗੇ। ਜੇ ਤੁਸੀਂ ਉਹਦੇ ਨਾਲ ਬਹਿਣੀ ਉੱਠਣੀ ਬਣਾਓਗੇ ਤੇ ਉਹਨੇ ਤੁਹਾਨੂੰ ਵੀ ਉਹ ਰੋਗ ਲਾ ਦੇਣਾ ਨਾਲ। ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਛਾੜ ਮਨ ਹਰ ਬੇਮੁਖਣ ਕੋ ਸੰਗ। ਵੀ ਮੇਰਿਆ ਮਨਾਂ ਜਿਹੜੇ ਰੱਬ ਤੋਂ ਬੇਮੁਖ ਹੋਏ ਨਾ, ਉਹਨਾਂ ਦਾ ਸੰਗ ਛੱਡ ਦੇ। ਜੇ ਤੂੰ ਛੱਡ ਦੇਂਗਾ ਤੇ ਫਿਰ ਤੂੰ ਜੀਵਨ ਦਾ ਲਾਹਾ ਖੱਟ ਲਏਂਗਾ। ਤੇ ਸੰਗ ਕਰਨਾ ਹੀ ਹੈ ਤੇ ਉਹਨਾਂ ਦਾ ਕਰ ਜਿਹੜੇ ਮਾਲਕ ਦੇ ਸਨਮੁਖ। ਫਿਰ ਆਪਾਂ ਨੂੰ ਇਸ ਲਈ ਕਹਿੰਦੇ ਵੀ ਅਸਲ ਸਾਡੇ ਮਿੱਤਰ
साडे सज्जण, साडे भाई, साडे वीर ਉਹ ਨੇ ਜਿਹੜੇ ਸਾਨੂੰ ਗੁਰੂ ਦੀ ਮੱਤ ਦਿੰਦੇ, ਜਿਹੜੇ ਸਾਨੂੰ ਮਾਲਕ ਦੇ ਨਾਲ ਜੋੜਦੇ, ਜਿਹੜੇ ਸਾਨੂੰ ਪਰਮਾਤਮਾ ਦੀ ਗੱਲ ਸੁਣਾਉਂਦੇ, ਆਪਦੇ ਘਰ ਦੀ ਗੱਲ ਸੁਣਾਉਂਦੇ। ਮਹਾਰਾਜ ਫਰਮਾਉਂਦੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਮੇਰਾ ਤਾਂ ਭਾਈ, ਮੇਰਾ ਵੀਰ ਉਹ ਹੈ ਜਿਹੜਾ ਮੈਨੂੰ ਪਰਮਾਤਮਾ ਦੀ ਗੱਲ ਸੁਣਾਉਂਦਾ, ਜਿਹੜੇ ਮੇਰੇ ਮਨ ਤੋਂ ਮੈਲ ਲਾ ਦਿੰਦਾ। ਜਿਹਨੇ ਸਾਡੇ ਮਨ 'ਤੇ ਮੈਲ ਚੜ੍ਹਾਈ ਦੇਣੀ, ਜਿਹਨੇ ਸਾਡੇ 'ਤੇ ਚਿੱਕੜ ਹੀ ਪਾ ਦੇਣਾ, ਉਹ ਆਪਣਾ ਕਾਹਦਾ ਵੀਰ ਅਤੇ ਕਾਹਦਾ ਭਰਾ ਹੋਏ। ਜਿਵੇਂ ਹੁਣ ਆਪਾਂ ਨਹਾਤੇ ਧੋਤੇ ਹੋਈਏ ਅਤੇ ਨਹਾਤੇ ਧੋਤਿਆਂ 'ਤੇ ਆਪਣੇ ਕੋਈ ਚਿੱਕੜ ਪਾ ਦੇਵੇ ਅਤੇ ਆਪਾਂ ਫਿਰ ਕੀ ਆਖਾਂਗੇ ਉਹਨੂੰ। ਹੁਣ ਇਸੇ ਤਰ੍ਹਾਂ ਹੀ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ ਜਾਂ ਆਪਾਂ ਸਿਮਰਨ ਕਰਦੇ ਹਾਂ, ਆਪਣੇ ਮਨ ਦਾ ਇਸ਼ਨਾਨ ਹੋ ਜਾਂਦਾ। ਚਿੱਕੜ ਉਦੋਂ ਪੈਂਦਾ ਜਦੋਂ ਸਾਨੂੰ ਕੋਈ ਦੁਬਦਾ ਦੀ ਗੱਲ ਸੁਣਾ ਦਿੰਦਾ, ਜਦੋਂ ਕੋਈ ਨਿੰਦਿਆ ਚੁਗਲੀ ਸਾਡੇ ਕੋਲ ਕਰਦਾ ਅਤੇ ਉਹ ਆਪਣੇ 'ਤੇ ਚਿੱਕੜ ਪਾਉਂਦਾ। ਅਤੇ ਫਿਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਤੁਸੀਂ ਦੇਖੋ ਵੀ ਹੁਣ ਤੁਹਾਡਾ ਆਪਣਾ ਕੌਣ ਹੈ। ਵੀ ਆਪਣਾ ਉਹ ਹੈ ਜਿਹੜਾ ਆਪਣਾ ਨੂੰ ਇਸ਼ਨਾਨ ਕਰਾਉਂਦਾ, ਕਿ ਜਾਂ ਜਿਹੜਾ ਆਪਣੇ 'ਤੇ ਚਿੱਕੜ ਪਾਉਂਦਾ ਉਹ ਆਪਣਾ। ਔਰ ਇਸ ਵਾਸਤੇ ਸਤਿਗੁਰੂ ਸਮਝਾਉਂਦੇ ਵੀ ਸਾਡਾ ਉਹ ਮਿੱਤਰ, ਉਹ ਸਾਡਾ ਵੀਰ ਨੇ ਜਿਹੜੇ ਸਾਨੂੰ ਮਾਲਕ ਦੀ ਗੱਲ ਸੁਣਾਉਂਦੇ, ਜਿਹੜੇ ਸਾਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਵਿਛੜਿਆਂ ਨੂੰ ਮਿਲਾਉਂਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਕਿ ਅਸਲ ਸਾਡੀ ਬੈਠਕ ਉਹਨਾਂ ਦੇ ਨਾਲ ਹੀ ਹੈ, ਸੰਗਤ ਸੱਚੀ, ਵੀ ਜਿਨ੍ਹਾਂ ਦੇ ਨਾਲ ਆਪਾਂ ਬੈਠ ਕੇ ਸਿਮਰਨ ਕਰਦੇ, ਮਾਲਕ ਦੇ ਗੁਣ ਗਾਉਂਦੇ। ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਏ ਨਾਉ, ਨਾਨਕ ਤਿੰਨ ਕਾ ਸੰਗ ਨਾ ਕੀਜੀ, ਜਿਨ੍ਹਾਂ ਆਪਣਾ ਸੁਭਾਉ। ਮਹਾਰਾਜ ਤਾਂ ਕਹਿੰਦੇ ਉਹਨਾਂ ਦਾ ਸੰਗ ਨਾ ਕਰੋ ਜਿਨ੍ਹਾਂ ਨੂੰ ਸਵਾਰਥ ਹੈ ਆਪਦਾ, ਅਤੇ ਮਨਮੁਖ ਤਾਂ ਬਹਿੰਦੇ ਹੀ ਸਵਾਰਥ ਕਰਕੇ, ਬਿਨਾਂ ਸਵਾਰਥ ਤੋਂ ਤਾਂ ਕਿਸੇ ਨੂੰ ਬੁਲਾਉਂਦੇ ਵੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੱਚੀ ਬੈਠਕ ਆਪਣੀ ਗੁਰਮੁਖਾਂ ਨਾਲ, ਜਿਨ੍ਹਾਂ ਦੇ ਨਾਲ ਆਪਾਂ ਨਾਮ ਜਪਦੇ। ਔਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਤਸੰਗਤ ਕਰਾਂਗੇ ਇਹਦੇ ਵਿੱਚ ਫਿਰ ਸਾਨੂੰ ਲਾਹਾ ਹੀ ਲਾਹਾ ਹੋਣਾ। ਜਦੋਂ ਅਸੀਂ ਜੋ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਇਹਨਾਂ ਦੀ ਦੱਸੀ ਹੋਈ ਕਾਰ ਕਮਾਵਾਂਗੇ। ਆਓ ਹੁਣ ਜਿਹੜੀ ਕਾਰ ਆਪਾਂ ਨੂੰ ਸਤਿਗੁਰੂ ਦੱਸ ਰਹੇ, ਸਿਮਰਨ ਅਭਿਆਸ ਕਰਨਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਬਾਝੋਂ ਵੱਧ ਸਿਮਰਨ ਕਰਨਾ ਵੀ ਤਾਂ ਕਿ ਸਾਡੇ ਮਨ ਦਾ ਇਸ਼ਨਾਨ ਹੁੰਦਾ ਰਹੇ, ਸਾਡੇ ਮਨ 'ਤੇ ਮੈਲ ਨਾ ਲੱਗੇ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ ਅਤੇ ਵੱਧ ਤੋਂ ਵੱਧ ਹੀ ਆਪਾਂ ਸਤਸੰਗਤ ਕਰਨਾ। ਜਿੰਨੀ ਆਪਾਂ ਸਤਸੰਗਤ ਕਰਦੇ ਓਨਾ ਹੀ ਸਾਨੂੰ ਲਾਭ ਹੁੰਦਾ, ਸਾਨੂੰ ਲਾਹਾ ਹੁੰਦਾ। ਜਿੱਥੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ ਹੈ ਐਸੀ ਸਤਸੰਗ 'ਚ ਮਾਲਕ ਆਪ ਹਾਜ਼ਰ ਹੁੰਦਾ। ਪਰਮਾਤਮਾ ਨੂੰ ਇਹ ਸਤਸੰਗ ਤੱਤ ਦੀ ਪਿਆਰੀ ਲੱਗਦੀ ਜਿੱਥੇ ਮਾਲਕ ਦੇ ਗੁਣ ਗਾਏ ਜਾਣ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਗਿਆਨ ਸਾਡੇ ਹਿਰਦੇ 'ਚ ਵਸ ਜੇ, ਆਪਾਂ ਨੂੰ ਭੁੱਲੇ ਨਾ। ਕਿਉਂਕਿ ਜਦੋਂ ਮਨ ਭੁੱਲਦਾ ਫੇਰ ਹੀ ਮਾਇਆ ਘਰ ਜਾਂਦਾ, ਫੇਰ ਹੀ ਦੁਬਦਾ 'ਚ ਜਾਂਦਾ, ਫੇਰ ਹੀ ਸੰਸਾਰ 'ਚ ਜਾਂਦਾ। ਮਾਰੇ ਫਰਮਾਉਂਦੇ ਭੁੱਲੋ ਮਨ ਮਾਇਆ ਘਰ ਜਾਈ, ਵੀ ਇਹ ਸਾਡੇ ਮਨ ਨੂੰ ਭੁੱਲੇ ਨਾ, ਚੇਤਾ ਰੱਖੀਏ। ਸਾਰੀਆਂ ਗੱਲਾਂ ਹੋਰ ਵਿਸਰ ਜਾਣ ਪਰ ਪਰਮਾਤਮਾ ਨਾ ਵਿਸਰੇ। ਮਾਰੇ ਫਰਮਾਉਂਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।